आओ मनोबिरतियाँ गुरु चरनां नाल जोड़ते हुए गुरु चरनां विखे लवाइए हाजरियाँ। गुरु का बख्शिया फतेह का नारा करिए बुलंद, उपरंत बाणी की विचार नाल जुड़ना करांगे। गज के आखिए जी वाहिगुरु जी का खालसा वाहिगुरु जी की फतेह। एकम एक आपे उपाया दुबदा दूजा त्रै बिद माया। चौथी पौड़ी गुरमुख ऊची सचो सच कमावनिया। चौथी पौड़ी गुरमुख ऊची सचो सच कमावनिया। वाहिगुरु ये पवित्र बचन तीसरे पातशाह सतगुरु अमरदास जी के उच्चारण किए हुए श्री ग्रंथ साहिब जी के पवित्र अंग 113 उपर सुभाएमान गुरु ग्रंथ साहिब जी महाराज की बख्शिश करते हैं कि किस तरह सृष्टि की रचना हुई। कोई ऐसा समा भी सी जिस वेले कुछ भी नहीं सी, परमेश्वर भी अपने आपे विच समाया होया सी और ना आकाश सी ना धरती सी ना सूरज सी ना चंद्रमा सी। ਤਾਂ उस वेले संसार दे विच केवल ते केवल परिपूर्ण परमेश्वर परमात्मा अपने आपे विच समाया होया बैठे बैठे कहंदे उस परिपूर्ण परमेश्वर परमात्मा दे अंदर फुरना बनिया, ख्याल बनिया कि मेरे वर्गे होर भी होण। ये बचन पहले पातशाह सतगुरु नानक देव जी अपनी बाणी मारू राग विच लिखते आ। अरबद नरबद धुंधु कारा धन न गगना हुक्म अपारा। जग दी रचना तो पहला महापरलों के समय गिनती तो परे अरब गिनती हुंदी है, ना अरब गिनती तो परे। भाव गिनतियां तो रहत अणगिनत समा संसार दे विच धुंधुकारा रहा और उस बेअंत प्रभु का जिसका अंत नहीं पाया जा सकता। धन न गगना हुक्म अपारा, ना धरती सी ना आकाश सी ना दिन रैन न चंद न सूरज सुन समाध लगाएंदा। परमेश्वर अपने आपे भी समाया होया सी, अफुर अवस्था विच बैठा सी। अणगिनत साल अणगिनत समा, ये साल गिन लीए चलो फिर तो गिनती च आ जाते, पर पता ही नहीं कितना समा बीत गया उस धुंधुकारे च। परमेश्वर अपने आपे विच अफुर अवस्था भी समाया होया सी। ना सूरज सी ना चंद्रमा सी ना धरती सी ना आकाश सी। खानी न बाणी पाउण न पानी उपत खपत न आवण जानी। ना ये चारे खानियां सन ना बाणियां सन, ना पानी सी ना हवा सी, ना कोई पैदा हो रहा सी ना कोई मौत सी ना जीवन सी। खंड पताल सप्तनी सागर, ना ये धरती दे खंड सन
ਭਾਵ ਨਾ ਹੀ 9 ਖੰਡ ਧਰਤੀ ਦਿਖਾਈ ਦਿੰਦੀ ਸੀ ਕਿਤੇ। ਪਤਾਲ ਆਕਾਸ਼, ਸੱਤ ਪਤਾਲ, ਸੱਤ ਸਾਗਰ ਆਦਿ ਇਹ ਵੀ ਕੁਝ ਨਹੀਂ ਸੀ। ਨਾ ਕੋਈ ਪਾਣੀ ਵਗਦਾ ਦਿਸਦਾ ਸੀ, ਪਾਣੀ ਹੈ ਹੀ ਨਹੀਂ ਸੀ। ਨਾ ਤਦ ਸੁਰਗ ਮੱਛ ਪਿਆਲਾ, ਦੋਜਕ ਭਿਸ਼ਟ ਨਹੀਂ ਖੈ ਕਾਲਾ। ਉਦੋਂ ਨਾ ਕੋਈ ਸੁਰਗ ਸੀ, ਨਾ ਕੋਈ ਨਰਕ ਸੀ, ਨਾ ਕੋਈ ਜਮਣਾ ਮਰਨਾ ਸੀ, ਨਾ ਕੋਈ ਬਰਮਾ ਵਿਸ਼ਨੂੰ ਮਹੇਸ਼ ਸੀ। ਬਰਮਾ ਵਿਸ਼ਨ ਮਹੇਸ਼ ਨ ਕੋਈ, ਅਵਰ ਨ ਦੀਸੈ ਏਕੋ ਸੋਈ। ਬਸ ਉਹ ਇਕੱਲਾ ਹੀ ਬੈਠਾ ਸੀ, ਏਕਮ ਇੱਕੋ ਹੀ। ਨਾਰ ਪੁਰਖ ਨੀ ਜਾਤ ਨ ਜਨਮਾ, ਨਾ ਕੋ ਦੁੱਖ ਸੁਖ ਪਾਏਂਦਾ। ਭਾਵ ਕੇ ਗੱਲ ਮੁਕਾਓ, ਕੁਛ ਵੀ ਨਹੀਂ ਸੀਗਾ। ਤਾਂ ਉਸ ਫੁਰਨੇ ਦੇ ਵਿੱਚ ਬੈਠੇ ਬੈਠੇ ਪਰਮੇਸ਼ਰ ਦੇ ਅੰਦਰ, ਸੁੰਨ ਸਮਾਧੀ ਵਿੱਚ ਬੈਠੇ ਬੈਠੇ ਫੁਰਨਾ ਪੈਦਾ ਹੁੰਦਾ ਹੈ। ਸਾਡੇ ਅੰਦਰ ਵੀ ਕੋਈ ਕੰਮ ਕਰਨ ਤੋਂ ਪਹਿਲਾਂ ਫੁਰਨਾ ਬਣਦਾ। ਬੈਠੇ ਰਹੀਏ, ਕਿੰਨਾ ਚਿਰ ਬੈਠੇ ਰਹੀਏ। ਜਿੰਨਾ ਚਿਰ ਸਾਡੇ ਅੰਦਰ ਕਿਸੇ ਕੰਮ ਨੂੰ ਕਰਨ ਦਾ ਖਿਆਲ ਨਹੀਂ ਆਉਂਦਾ, ਫੁਰਨਾ ਨਹੀਂ ਬਣਦਾ, ਉਹਨਾਂ ਚਿਰ ਬੈਠੇ ਰਹਿੰਦੇ ਹਾਂ। ਫੁਰਨਾ ਆਉਂਦਾ ਤੇ ਕੰਮ ਕਰਨ ਲੱਗ ਜਾਂਦੇ ਹਾਂ। ਸੋ ਇਸੇ ਤਰ੍ਹਾਂ ਹੀ ਪਰਮੇਸ਼ਰ ਵੀ ਇਕੱਲਾ ਹੀ ਬੈਠਾ ਸੀਗਾ, ਉਹਦੇ ਅੰਦਰ ਕੋਈ ਫੁਰਨਾ ਨਹੀਂ ਸੀਗਾ। ਤੇ ਇੱਕ ਦਿਨ ਐਸਾ ਆਇਆ, ਇੱਕ ਸਮਾਂ ਐਸਾ ਆਇਆ, ਆਪੇ ਆਪ ਉਪਾਏ ਨਿਰਾਲਾ, ਉਹਨੇ ਆਪਣੇ ਆਪ ਨੂੰ ਪ੍ਰਗਟ ਕੀਤਾ। ਏਕਮ ਏਕੈ ਆਪ ਉਪਾਇਆ। ਉਸ ਪਰਮੇਸ਼ਰ ਨੇ ਪਹਿਲਾਂ ਆਪਣੇ ਆਪ ਨੂੰ ਪ੍ਰਗਟ ਕੀਤਾ, ਫਿਰ ਉਹਦੇ ਅੰਦਰ ਫੁਰਨਾ ਬਣਿਆ ਵੀ ਮੇਰੇ ਵਰਗੇ ਹੋਰ ਵੀ ਹੋਣ। ਤਾਂ ਫਿਰ ਕੀ ਹੋਇਆ? ਪਰਮੇਸ਼ਰ ਤਾਂ ਫੁਰਨੇ ਨਾਲ ਹੀ ਸਭ ਕੁਝ ਕਰਦਾ। ਕਹਿੰਦੇ ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਦਾ ਮੰਤਰ ਨਾ ਜਾਣੈ ਹੋਰ। ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਨੇ ਫਿਰ ਸ੍ਰਿਸ਼ਟੀ ਬਣਾਉਣ ਦੀ ਸਲਾਹ ਕੀਤੀ, ਮੇਰੇ ਵਰਗੇ ਹੋਰ ਵੀ ਹੋਣ। ਆਪੇ ਆਪ ਉਪਾਏ ਨਿਰਾਲਾ, ਸਾਚਾ ਥਾਨ ਕੀਓ ਦਇਆਲਾ। ਉਸ ਦੇ ਮੁਖ ਵਿੱਚੋਂ ਆਵਾਜ਼ ਨਿਕਲੀ, ਹੋ ਜਾ। ਬਚਨ ਹੀ ਹੁੰਦਾ। ਬ੍ਰਹਮ ਗਿਆਨੀ ਭਜਨ ਬੰਦਗੀ ਵਾਲਿਆਂ ਦੇ ਵੀ ਸ਼ਬਦ ਚੱਲਦੇ ਆ, ਉਹ ਵੀ ਜਿਹੜਾ ਸ਼ਬਦ ਕਹਿੰਦੇ ਆ ਪੂਰਾ ਹੋ ਜਾਂਦਾ। ਸਾਧ ਜੇ ਬੋਲੇ ਸਹਿਜ ਸੁਭਾਏ, ਸਾਧਕਾ ਬੋਲਿਆ ਬਿਰਥਾ ਨਾ ਜਾਏ। ਇਵੇਂ ਪਰਮੇਸ਼ਰ ਹੈ। ਪਰਮੇਸ਼ਰ ਦੇ ਬ੍ਰਹਮ ਗਿਆਨੀ ਇੱਕ ਦੂਜੇ ਵਿੱਚ ਮਿਲੇ ਹੁੰਦੇ ਆ। ਪ੍ਰਭ ਜੀ ਵਸੇ ਸਾਧਕੀ ਰਸਨਾ। ਜਦੋਂ ਪਰਮੇਸ਼ਰ ਦੇ ਅੰਦਰ ਫੁਰਨਾ ਬਣਿਆ, ਹੋ ਜਾ, ਉਹ ਬੋਲੇ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਜਦੋਂ ਉਹ ਬੋਲੇ ਤੇ ਉਹਨਾਂ ਤੋਂ ਹਵਾ ਪੈਦਾ ਹੋਈ। ਜਦ ਹਵਾ ਪੈਦਾ ਹੋਈ ਤੇ ਹਵਾ ਫਿਰ ਬਾਹਰ ਫੈਲ ਗਈ ਤੇ ਉਹ ਹਵਾ ਠੰਡੀ ਹੁੰਦੀ ਹੁੰਦੀ ਪਾਣੀ ਬਣਨਾ ਸ਼ੁਰੂ ਹੋ ਗਿਆ। ਫਿਰ ਜਦੋਂ ਉਹ ਪਾਣੀ ਕਹਿੰਦੇ ਧਰਤੀ 'ਤੇ ਡਿੱਗਿਆ, ਥੱਲੇ ਡਿੱਗਿਆ, ਰਚੀ ਧਰਤੀ ਧਰਤ ਰਚੀ ਧਰਮਸ਼ਾਲਾ। ਇਹ ਧਰਤੀ ਰੂਪੀ ਧਰਮਸ਼ਾਲਾ ਪਰਮੇਸ਼ਰ ਨੇ ਬਣਾਈ। ਇਸ ਧਰਤੀ ਦੇ ਉੱਤੇ ਪਾਣੀ ਡਿੱਗਿਆ ਤੇ ਇਹਦੇ ਵਿੱਚ ਜੀਵ ਜੰਤੂ ਘਾਹ ਫੂਸ ਆਦਿ ਇਹ ਪੈਦਾ ਹੋਣਾ ਸ਼ੁਰੂ ਹੋਇਆ। ਜਦ ਇਹ ਸਾਰਾ ਕੁਝ ਪੈਦਾ ਹੋਣ ਲੱਗਿਆ ਤਾਂ ਇਹਦੇ ਵਿੱਚ ਪਹਿਲਾਂ ਬਨਸਪਤੀ ਵਿੱਚ ਮੱਛਰ, ਕੀੜੀਆਂ, ਪਤੰਗੇ ਆਦਿ, ਫਿਰ ਉਹਨਾਂ ਤੋਂ ਵੱਡੇ ਪੰਛੀ, ਫਿਰ ਉਹਨਾਂ ਤੋਂ ਵੱਡੇ 2 ਪੈਰਾਂ ਵਾਲੇ ਜਾਨਵਰ, 4 ਪੈਰਾਂ ਵਾਲੇ ਜਾਨਵਰ, ਪਸ਼ੂ, ਬਾਂਦਰ ਆਦਿ। ਹੌਲੀ ਹੌਲੀ ਉਤਪਤੀ ਕਰਦੇ ਕਰਦੇ ਹਜ਼ਾਰਾਂ ਸਾਲਾਂ ਦੇ ਵਿੱਚ ਗੁਰੂ ਪਿਆਰਿਓ ਇਹ ਸ੍ਰਿਸ਼ਟੀ 'ਤੇ ਜੀਵਾਂ ਦਾ ਵਧਣਾ ਫੁੱਲਣਾ ਹੋਇਆ। ਫਿਰ ਉਹਦਾ ਬਾਂਦਰਾਂ ਦੇ ਪੁਰਖੇ ਜਿਹੜੇ ਹਨ ਅੱਗੇ, ਉਹਨਾਂ ਦੇ ਵਿੱਚੋਂ ਆਦੀਵਾਸੀ ਪੈਦਾ ਹੋਏ ਜਿਹੜੇ ਸਾਡੇ ਤੋਂ ਪਹਿਲਾਂ ਸੀਗੇ।
ਜਿਨ੍ਹਾਂ ਤੋਂ ਅਸੀਂ ਬਣੇ ਆ। ਪਹਿਲਾਂ ਸਾਡਾ ਹੀ ਜਿਹੜਾ ਆਦੀਵਾਸੀ ਹੈ ਉਹ ਚਾਰਾਂ ਪੈਰਾਂ 'ਤੇ ਚੱਲਦਾ ਸੀਗਾ, ਦੋਨੇ ਹੱਥ ਹੇਠਾਂ ਲਾ ਕੇ, ਦੋਨੇ ਪੈਰ ਲਾ ਕੇ। ਪਰ ਦਰਖਤਾਂ 'ਤੇ ਚੜ੍ਹਨ ਵੇਲੇ ਖੜ੍ਹਾ ਹੋਣ ਲੱਗਿਆ ਤੇ ਫਿਰ ਦੋ ਪੈਰਾਂ 'ਤੇ ਚੱਲਣ ਲੱਗਿਆ। ਜਦੋਂ ਚਾਰਾਂ 'ਤੇ ਚੱਲਦਾ ਤੇ ਮੂੰਹ ਪਸ਼ੂਆਂ ਵਾਂਗੂ ਲੰਮਾ ਹੋ ਜਾਂਦਾ ਹੇਠਾਂ ਨੂੰ ਲੰਮਕ ਕੇ। ਜਦੋਂ ਦੋ ਪੈਰਾਂ 'ਤੇ ਚੱਲਣ ਲੱਗਿਆ ਖੜ੍ਹਾ ਹੋ ਕੇ ਤੇ ਮੂੰਹ ਗੋਲ ਹੋਣਾ ਸ਼ੁਰੂ ਹੋ ਗਿਆ। ਕਹੋ ਸਤਿਨਾਮ ਸ੍ਰੀ। ਜਿਹੜਾ ਅੱਜ ਸਾਡਾ ਮੂੰਹ ਹੈ ਇਹ ਚਿਹਰਾ ਫਿਰ ਗੋਲ ਹੋ ਗਿਆ ਹੌਲੀ ਹੌਲੀ, ਜਿਵੇਂ ਜਿਵੇਂ ਜਨਮ ਲੈਂਦਾ ਗਿਆ, ਬਦਲਦਾ ਗਿਆ ਰੂਪ। ਇਸ ਤਰ੍ਹਾਂ ਆਦੀਵਾਸੀਆਂ ਤੋਂ ਤਰੱਕੀ ਕਰਦੇ ਕਰਦੇ ਆਪਾਂ ਅੱਜ ਦੇ ਯੁੱਗ 'ਚ ਪਹੁੰਚੇ ਆ। ਤੇ ਸਤਿਗੁਰੂ ਪਾਤਸ਼ਾਹ ਜੀ ਉਹ ਬੈਕਗਰਾਊਂਡ ਜਿੱਥੋਂ ਇਹ ਸ੍ਰਿਸ਼ਟੀ ਆਰੰਭ ਹੋਈ ਉੱਥੋਂ ਗੱਲ ਚੱਕਦੇ ਆ। ਏਕਮ ਏਕੈ ਆਪ ਪਾਇਆ, ਪਹਿਲਾਂ ਉਹ ਇਕੱਲਾ ਹੀ ਬੈਠਾ ਸੀਗਾ, ਆਪਣੇ ਆਪ ਨੂੰ ਪ੍ਰਗਟ ਕੀਤਾ, ਫਿਰ ਉਹ ਤੋਂ ਕਹਿਣ ਲੱਗਿਆ ਹੋਰ ਹੋ ਜਾ। ਦੁਬਦਾ ਦੂਜਾ ਤ੍ਰੈਵਿਧ ਮਾਇਆ, ਤੇ ਫਿਰ ਉਸ ਨੇ ਆਪਣੇ ਤੋਂ ਦੂਸਰਾ ਮਾਇਆ ਦੀ ਰਚਨਾ ਕੀਤੀ, ਜਿਸ ਨੂੰ ਜਪਜੀ ਸਾਹਿਬ 'ਚ ਲਿਖਿਆ ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਉਹ ਤਿੰਨ ਚੇਲੇ ਕਿਹੜੇ ਸੀਗੇ? ਹਿੰਦੂ ਮਤ ਵਾਲਿਆਂ ਨੇ ਗ੍ਰੰਥਾਂ 'ਚ ਲਿਖ ਦਿੱਤਾ ਬਰਮਾ ਵਿਸ਼ਨੂੰ ਮਹੇਸ਼, ਕਿਉਂਕਿ ਉਹਨਾਂ ਨੇ ਬਹੁਤ ਸਾਰੇ ਅਖੌਤੀ ਦੇਵੀ ਦੇਵਤੇ ਤਿਆਰ ਕਰ ਲਏ। ਪਰ ਗੁਰੂ ਨੇ ਸੱਚ ਕਿਹਾ ਕਿ ਕੀ ਸੀ ਉਹ? ਪਹਿਲਾਂ ਹਵਾ ਪੈਦਾ ਹੋਈ, ਹਵਾ ਤੋਂ ਪਾਣੀ ਬਣਿਆ ਤੇ ਪਾਣੀ ਤੋਂ ਅੱਗ ਬਣੀ। ਇਹ ਤਿੰਨ ਤੱਤ ਪੈਦਾ ਕੀਤੇ ਪਰਮੇਸ਼ਰ ਨੇ ਦੁਨੀਆ ਬਣਾਉਣ ਵਾਸਤੇ। ਪਰਮੇਸ਼ਰ ਤੋਂ ਤਿੰਨ ਤੱਤ ਪੈਦਾ ਹੋਏ ਅਸਲ ਵਿੱਚ, ਅਗਨ, ਪਾਣੀ ਤੇ ਹਵਾ। ਹਵਾ ਤੋਂ ਪਾਣੀ, ਪਾਣੀ 'ਚੋਂ ਅੱਗ। ਤਾਂ ਉਹ ਮਾਈ ਕੀ ਹੈ? ਮਾਇਆ ਭਾਵ ਆਪਣੀ ਮਾਇਆ। ਆਪਣੀ ਮਾਇਆ ਦੇ ਨਾਲ, ਜਿਵੇਂ ਆਪਣੇ ਸਭ 'ਤੇ ਮਾਇਆ ਪਾਈ ਹੋਈ ਹੈ। ਮਾਇਆ ਕੋਈ ਇਸਤਰੀ ਨਹੀਂ ਹੈ ਬਈ ਮਾਇਆ ਤੋਂ ਤਿੰਨ ਬੰਦੇ ਪੈਦਾ ਕੀਤੇ, ਇੱਦਾਂ ਨਹੀਂ। ਭਾਵ ਆਪਣੇ ਖਿਆਲ ਦੇ ਨਾਲ, ਆਪਣੇ ਫੁਰਲੇ ਦੇ ਨਾਲ। ਇਹ ਮਾਇਆ ਪਰਮੇਸ਼ਰ ਦੀ ਛਾਇਆ, ਉਹਦਾ ਪਰਛਾਵਾਂ ਹੈ। ਉਸ ਨੇ ਆਪਣੀ ਮਾਇਆ ਤੋਂ ਇਹ ਸ੍ਰਿਸ਼ਟੀ ਬਣਾਉਣੀ ਚਾਹੀ ਤੇ ਉਸ ਮਾਇਆ ਤੋਂ ਪਹਿਲਾਂ ਤਿੰਨ ਤੱਤ ਬਣਾਏ ਉਹਨੇ, ਅੱਗ, ਪਾਣੀ ਤੇ ਹਵਾ। ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ। ਜੁਗਤ ਦੇ ਨਾਲ, ਜੁਗਤ ਦੇ ਨਾਲ। ਉੱਦਾਂ ਕੋਈ ਬਰਮਾ ਵਿਸ਼ਨੂੰ ਮਹੇਸ਼ ਨੂੰ ਪੈਦਾ ਨਹੀਂ ਕੀਤਾ ਕਿਸੇ ਇਸਤਰੀ ਰਾਹੀਂ, ਤੇ ਨਾ ਹੀ ਇਹ ਬਰਮਾ ਵਿਸ਼ਨੂੰ ਮਹੇਸ਼ ਹੈ। ਅਸਲ ਵਿੱਚ ਤਿੰਨ ਤੱਤ ਪੈਦਾ ਕੀਤੇ ਪਰਮੇਸ਼ਰ ਨੇ, ਹਵਾ, ਪਾਣੀ ਤੇ ਅੱਗ। ਏਕਮ ਏਕੈ ਆਪ ਪਾਇਆ, ਪਹਿਲਾਂ ਆਪਣੇ ਆਪ ਨੂੰ ਪ੍ਰਗਟ ਕੀਤਾ। ਦੁਬਦਾ ਦੂਜਾ ਤ੍ਰੈਵਿਧ ਮਾਇਆ, ਤਿੰਨ ਤਰ੍ਹਾਂ ਦੀ ਮਾਇਆ ਪੈਦਾ ਕੀਤੀ ਤੇ ਉਸ ਮਾਇਆ ਨੂੰ ਪਾ ਕਰਕੇ ਸਾਨੂੰ ਸਾਰਿਆਂ ਨੂੰ ਬਣਾਉਣਾ ਸ਼ੁਰੂ ਕੀਤਾ। ਹੁਣ ਦੋ ਹੋ ਗਏ, ਦੋ ਵਿਧਾ, ਦੋ ਹੋ ਗਏ। ਇੱਕ ਪਾਸੇ ਪਰਮੇਸ਼ਰ ਤੇ ਇੱਕ ਪਾਸੇ ਮਾਇਆ। ਤੇ ਜੀਵਾਂ ਨੂੰ ਸਾਜ ਦਿੱਤਾ ਤੇ ਜੀਵਾਂ 'ਤੇ ਐਸੀ ਮਾਇਆ ਪਈ ਕਿ ਪਰਮੇਸ਼ਰ ਨੂੰ ਭੁੱਲਣੇ ਸ਼ੁਰੂ ਹੋ ਗਏ। ਕਿੱਥੋਂ ਪੈਦਾ ਹੋਏ ਇਹਨਾਂ ਨੂੰ ਯਾਦ ਹੀ ਨਹੀਂ ਰਿਹਾ। ਆਪਾਂ ਨੂੰ ਕਿਸੇ ਨੂੰ ਵੀ ਯਾਦ ਨਹੀਂ ਆਪਾਂ ਕਿੱਥੋਂ ਆਏ ਹਾਂ, ਭੁੱਲ ਚੁੱਕੇ ਹਾਂ। ਮਾਤ ਲੋਕ ਦੇ ਵਿੱਚ ਆ ਕੇ ਆਪਣਾ ਜਨਮ ਹੋ ਗਿਆ ਮਾਤਾ ਪਿਤਾ ਦੇ ਰਾਹੀਂ, ਔਰ ਸਾਨੂੰ ਬੈਕਗਰਾਊਂਡ ਸਾਡੀ ਭੁੱਲ ਗਈ ਅਸੀਂ ਕਿੱਥੋਂ ਆਏ ਹਾਂ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਤਿਨੀ ਵਿੱਚੇ ਮਾਇਆ ਪਾਇਆ। ਜਿਨ੍ਹਾਂ ਨੂੰ ਸਮਝ ਆ ਗਈ ਉਹ ਹਸੰਦਿਆਂ, ਖਿਲੰਦਿਆਂ, ਪਹਿਨੰਦਿਆਂ, ਖਵੰਦਿਆਂ ਵਿੱਚੇ ਹੋਵੇ ਮੁਕਤ ਵਾਲੀ ਘਟਨਾ ਘਟ ਗਈ। ਉਹਨਾਂ ਨੇ ਵਿੱਚੇ ਹੀ ਰਹਿੰਦਿਆਂ ਹੋਇਆਂ ਸ੍ਰਿਸ਼ਟੀ ਦੇ ਉਸ ਮਾਇਆ ਨੂੰ, ਉਸ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਪਹਿਲਾਂ ਉਹ ਇਕੱਲਾ ਹੀ ਸੀ, ਫਿਰ ਉਹ 'ਚੋਂ ਫੁਰਨਾ ਪੈਦਾ ਹੋਇਆ, ਫੁਰਨੇ ਤੋਂ ਹਵਾ ਪੈਦਾ ਹੋਈ, ਹਵਾ ਤੋਂ ਪਾਣੀ ਬਣਿਆ। ਇਸ ਤਰ੍ਹਾਂ ਫਿਰ ਪਾਣੀ ਤੋਂ ਜੀਵਾਂ ਦੀ ਪੈਦਾਇਸ਼ ਸ਼ੁਰੂ ਹੋ ਗਈ।
पानी पिता है जगत का, बाबा ने लिखा पानी पिता है जगत का, फिर पानी सब खाए, प्यो ही तो पालदा है ना। तो पानी जिथे सानू पैदा करने वाला उत्थे पालन वाला भी है। पानी करके फसलां पैदा होंदियां, पानी करके फल फ्रूट बनते हैं। पावन गुरु पानी पिता, गुरु जिहड़ा सब तो पहला सीगा परमेश्वर तो 2 नंबर ते है। पहला परमेश्वर सी, 2 नंबर ते गुरु, 3 नंबर ते सारी सृष्टि आ, आपां सारे। जिहड़ा साथों वड्डा वो साडा गुरु है। तो गुरु पिता भी है, गुरु माता भी है, ये भी नाल गल है। तो बाबा जी कहंदे एकम एक आप पाया, दुबदा दूजा, त्रैविध माया, चौथी पौड़ी गुरमुख ऊची, सच्चो सच सुनाएंदा, सच्चो सच कमावने आ। जिहड़े गुरमुख भाव जिन्हां ने गुरु नूं पुछ लिया उन्हां नूं समझ आ गई भी ये खेड की है ते असीं कित्थों आए हैं। असीं सृष्टि नूं देखण वास्ते आए सी, पर सानूं पिछा भुल गया असीं कित्थों आए हैं, पिछोकड़ भुल गया साडा। फिर परमेश्वर ने अपने प्यारे पैदा किए, भाव किसी नूं ज्ञान दिता, जिवें डायरैक्ट ज्ञान रविदास जी नूं होया, कबीर साहब नूं होया, नामदेव नूं होया, इन्हां भगतां नूं होया, होर भी बहुत साधु आए, गिनती तो बाहर है। गुरमुख ब्रह्म ज्ञानी बहुत होए न। इस तरह जब वेखिया परमेश्वर ने कि दुनिया दे विच जिहड़ा है कतलो गाट जुल्म हो रहा है, प्रजा अंधी ज्ञान बिन, प्रजा नूं ज्ञान नहीं है, तो जिहड़े राजे हैं वो जालम बन चुके हैं। कूड़ अमाव सच चंद्रमा दिसै नाही कै चढ़िया, झूठ की मस्या फैल रही है, सच का चंद्रमा गवाच गया। फिर आप नरैन कला धार जग में परवरियो, परमेश्वर फिर आप नानक बन के आया, को सतनाम श्री। फिर जगह जगह ते जाके संसार नूं ज्ञान दिता, भावें कि उदों पहला भी बहुत ब्रह्म ज्ञानी पैदा होए, कोई शक नहीं, पर संसार का मार्गदर्शन जिहड़ा करन वास्ते आप परमेश्वर नूं आउणा पिया। उन्हें फिर गुरमुख पैदा किए, भाव परमेश्वर का दूसरा रूप है साधु ब्रह्म ज्ञानी, जिन्होंने असीं गुरमुख कहने आ, जिन्हां ने गुरु नानक वर्गे महापुरुषों तो, रब दे प्यारिਆਂ तो ज्ञान लेना शुरू किया। तो गुरु नानक ने समझाउणा शुरू किया। आपां गल कर रहे सीगे कि वह परमेश्वर पहला कल्ला ही बैठा सी, फिर ਉਹਦੇ अंदर फुरना पैदा होया, तो आपे आप उपाय निराला उन्हें अपने आप को प्रगट किया। पौन पानी अग्नि का बंधन काया कोट रचाएंदा, तिन्ना तत्तां दे नाल फिर ये शरीरां दे किले बनाने शुरू किए। कोट भाव घर, पंजा तिन्ना तत्तां नूं बन के फिर 2 तत्त होर है, मिट्टी ते आकाश। वैसे 5 मन्ने जाते हैं, शुरुआत 3 सी, फिर चौथा मिट्टी तत्त पैदा हो गया, फिर आकाश पैदा हो गया, धरती पैदा हो गई। धरती ते आकाश ये दोनों तत्त भी नाल रल गए। 5 तत्तां दे नाल सृष्टि बनानी शुरू की। इस तरह सतगुरु पातशाह जी बख्शिश करते हैं। उस अकाल पुरख ने फिर की किया, सुन कला अपरंपर धारी, पहला सुन विच बैठा सी, आप निरालम अपर अपारी, निराला कल्ला ही बैठा सी, आपे कुदरत कर कर देखै, सुनो सुन उपाय ना। फिर कुदरत हुंदा है आप दी खेड। छोटे हुंदे तुसीं भी खेडां कीतियां होणीआं, ते आपां अज दे बच्चिआं नूं भी देखदे हां। जद गली दे विच कोई आंढी गवांढी मिट्टी लिया के सिੱਟਦਾ ते बच्चे वो ढेर ते बैठ के ना घर घर खेडदे आ। पैर फसाया मिट्टी च, उत्ते मिट्टी थपती, पैर कढ़ लिया, ये घर बन गया, को सतनाम श्री। तो तरह तरह के वो सारे साजो समान जो देखते आ उहो जिहे बनाउंदे आ, खेडी जाते आ, खेडी जाते आ। तो जदों आवाज़ां वजदियां घरों भी आ जाओ, हुण घरे आ जाओ, फिर जाते हुए पैर मार मार के ढा जाते आ। भाव उन्हां नूं ना बनाउण दा कोई चाह
ना ढाउण का कोई दुख। ऐसा ही परमेश्वर है। अपनी सुन कला दे विचों ही सृष्टि नूं बनाउणा शुरू कर लैंदा। आपे कुदरत कर कर देखै सुनो सुन अपाएंदा, फिर अपने विचों यह सृष्टि नूं पैदा करन लग्या। पौण पानी सुनना ते साजे, अपने तो हवा ते पानी पैदा किया। सृष्टो पाए काया गढ़ राजे, फिर काया रूपी शरीर बनाए। फिर ये विच अगन अपनी जोत रखी। अगन पानी जियो जोत तुम्हारी, सुनने कला रहाएंदा। फिर उसे सुन अवस्था चो भाव अपने आपे चो, जिवें सृष्टि का कितना समान है सारा मनुख चो निकलिया ना, ये परमेश्वर ही कढ़ रहा है। ज्ञान मनुख नूं दिंदा है, हथ मनुख दे कोल दिते हुए ने, काम सारे साडे शरीरां तो कराउंदा है, काम वो करदा है। हुक्मे हुक्म चलाए राहो, नानक विकसै बेपरो। शरीर आ वरतदा है अपने, करन वाला वो है। जिवें साइंसदानां नूं उन्हां दे दिमाग विच फुरने पैदा करदा है, जोड़ तोड़ करो, इत्थों इहनूं ऐ जोड़ो, इत्थों ऐ जोड़ो, इत्थों ऐ बन जूगा। तो उन्हें दिमाग च आउंदी है ना ख्याल, तो जिमें जिमें ख्याल आउंदे जांदे वो जोड़ तोड़ करते जाते हैं। तो आपां अज दे कंप्यूटर युग ते पहुँच गए। घरे बैठे किसी दूर बंदे नाल फोन ते गलबात कर लैंदे आ। कोई सतनाम सी, ये साइंसदानां ने नहीं कीता, उन्होंने ज्ञान परमेश्वर ने दिता। असल विच उन्होंने दिमाग विच, क्योंकि दिमाग रूपी कंप्यूटर भी पहला परमेश्वर ने बनाया, फिर दिमाग रूपी कंप्यूटर तो अगे काम लैंदा। कोई सतनाम सी, उन्हें आ बाहरले कंप्यूटर मोबाइल पता नहीं की कुछ बना दिता। जिमें समाजे दिमाग के बेअंत फंक्शन है। हुण देखो ना किन्ने तरह के बंदे आ ते किन्ने तरह के काम चल रहे हैं। उस तरह ही है जिमें बच्चों को पता है कंप्यूटर के किन्ने फंक्शन है। जिहड़ी साइड खोल लीए उस ही गांह दी गांह वाधे तुरे जाने तो किन्नियां साइडां कंप्यूटरां दे विच। कोई सतनाम साडे दिमाग दे विच भी इन्नियां साइडां। किसी ने खेतीबाड़ी की खोल ली, किसी ने डॉक्टरी की खोल ली, किसी ने मास्टरी की खोल ली, किसी ने ब्रह्म ज्ञान की खोल ली, किसी ने संसार के ज्ञान की खोल ली। संसार कहते कंप्यूटर युग बड़ा वड्डा है, पर उस तो वड्डा परमेश्वर का बनाया मनुख का दिमाग है। कहू सतनाम, ये ही तो निकलिया ना सारा कुछ। तो उन्हें सुन कला दे विचों सारा कुछ कढ़ दिता है। एकम एक है आपो पाया, दुबदा दूजा त्रैविध माया। चौथी पौड़ी गुरमुख उच्ची। तो तिना गुणों के भी सृष्टि वरतदी है। रज तम सत कल, ये चार गुण हैं। रज तम सत कल तेरी छाया। चौथे गुण परम पद पाया। हुण उहदे कोले जे वापस जाना है तो फिर चौथा गुण वरतना पऊगा, कला वाला। कला वरतनी पऊ। वो कला सानू गुरु नानक दिंदा है, गुरु दिंदा है। वो ज्ञान जिहड़ा है 17वीं कला, 16 कला संपूर्ण फलिया। मनुख दे विच संपूर्ण मनुख 16 कला है। रामचंद्र नूं कृष्ण नूं 16 कला कहा जाता है। पर साढ़े सारिया भी 16 कला काम नहीं करदियां। इस्त्री कोले 16 तरह के श्रृंगार है। इस्त्री कोले 16 तरह के श्रृंगार है, पर सारिया कोले 16 श्रृंगार नहीं होंदे। सारिया कोले 16 श्रृंगार नहीं होंदे। किसी बिरली स्त्री नूं 16 ने 16 श्रृंगार मिलते हैं। तो श्रृंगार बाहरों नहीं, लंबे केस भी एक श्रृंगार है, लंबा शरीर भी एक श्रृंगार है, सुंदर रंग भी एक श्रृंगार है। ये 16 श्रृंगार तो इष्ट ने दिते, तो बंदे नूं 16 कला दित्तियां। कहो सतनाम श्री। पर बंदे कोले भी 16 कला नहीं पूरियां, हरेक दे कोले। किसी बिरले कोले है। गुरु कृपा करके एक होर कला दिंदा 17वीं। वो जी 17वीं कला गुरु को मिलती है, ये सानू परमेश्वर च मिलाउंदी है। कहो सतनाम से। वो गुरु को मिलती है। तो गुरु किन्नियां कला लैके रखदा है। हुण बाबे नानक वाले पढ़ लो। 16 कला संपूर्ण फलिया, अनंत कला होए ठाकुर चढ़िया। भाव गुरु नानक आया। दुनिया में चढ़ना हुंदा, चलना, चढ़ाई करनी, किसी पासे जाना। जे बाबे नानक ने
4 ਉਦਾਸੀਆਂ ਲੈ के चढ़ाई की। कहो सतनाम। ते किन्नियां कला लेके आए? अनंत, गिनती तो बाहर आ। ये भी तो कला सी ना। बैठे आ मक्के दे विच, पिछले पहर जे दा समा है। मरदाने नूं कहंदे मरदाने चलीए। कित्थे महाराज? सुल्तानपुर। महाराज हुण सुल्तानपुर जा वड़ांगे, दिन तां छिपण वाला। कहने भलिया मानसा भैन दे नाल वादा कीता है भी जदों याद करोगे उदों ही आ जाएंगे, तो फिर महाराज हुण किवें जावांगे? कहने ओहो नेत्र बंद कर। कहने मरदाने ने नेत्र बंद किए, बाले नेत्र बंद किए, तिन्नां ने नेत्र बंद किए। शब्द उचारना शुरू किया। जदों शब्द पूरा होया तो नमस्कार की, मत्था टेक के सिर चक्या, बेबे नानकी दे बार च खड़े आ। कहो सतनाम श्री। ये किहड़ी कला है? ये कला है पंजा तत्तां नूं जिथे मर्जी खंडिया देना, जिथों मर्जी इकट्ठे कर लेना। कहो सतनाम श्री। साडी रूह, साडी सुरत, साडा मन तां देखो ना, इत्थे बैठे आ। तुसीं फुरना बनाओ, फुरने नाल दिल्ली, फुरने नाल बठिंडे दे परले पासे, फुरने नाल वापस फिर इत्थे। जिमें काजी ते राजा दौलत खां फुरने नाल ही घोड़े खरीदते फिरदे सीगे, बाबे ने दस्सिया। पर साडे कोले वो कला है नहीं जिहड़े बाबे नानक ने वरती। वो जिथे जी चाहुंदे सी पंजे तत्तां नूं अड्डो अड्ड कर लैंदे सीगे, ते जिथे पहुँचते सी उत्थे पंजे तत्त फिर इकट्ठे कर लैंदे सी। ये कला है एक, पर यह तो फिर उहदे कोल ही है। अनंत कला होए ठाकुर चढ़िया। इहो जिहियां पता नहीं किन्नियां उहदे कोले कला, मतलब शक्तियां। असी 3 गुणां विच ही विचरदे हां, रजो तमो सतो। ते चौथा गुण है कल वाला। वाजे 5 शब्द तित घर सुभागे, कला जित कर धारी आ। जिथे वो कला आ गई, थोड़ियां थोड़ियां कला आपां लैने आ। किसी नूं ज्ञान की कला आ गई, किसी नूं राग की कला आ गई, किसी नूं डॉक्टरी की आ गई, मास्टरी की आ गई, वर्कशापां की आ गई है कला। ये भी सारियां एक वो कला है जिहड़ी गुरु दिंदा है। 2 कला नूं जोड़ के 17वीं कला तैयार करदा है। वेखना भी कला है, सुनना भी कला है, गाउणा भी कला है, बोलना भी कला है। बेअंत कला मनुख च रखियां। 16 कला दे नाल पूर्ण मनुख बनदा है, पर साडे च पूरियां 16 नहीं हैगियां। जदों गुरु कृपा करदा फिर पूरियां आ जांदियां। 17वीं कला भी आ जाती है। फिर तो ये बाणी 17 घरां दे विच है। तुसीं ये भी देखो, बाणी दे विच 17 घर रखे न। तो 17वां घर है जिहड़ा गुरु दसदा भी इत्थे बैठिया कर, इत्थों दी घरे जाएगा तू। कहो सतनाम श्री। 10वां द्वारा भी कहा है। 10वां द्वारा आगम अपारा, परम पुरख की घाटी, ऊपर हाट, हाट पर आला, आले भीतर थाती। इड़ा पिंगला और सुखमना, 3 वसे एक ठाई, बेणी संगम तह पिरागमन, मज्जन करे तथाई संतो, तहाँ निरंजन राम है, गुरगम चीने बिरला कोय, तहाँ निरंजन रवैया होए। भगत बेणी जी। तो मेरे प्रीतम जी कहते चौथी पौड़ी जिहड़ी है गुरमुखां नूं समझ आई। दुनिया 3 कर्मां दे विच ही, 3 गुणां विच ही तुरिया फिरदा। कोई रजो गुण च है, राजा बन गया, फुलिया बैठा है। इत्थे बाबा नानक गुरु गोबिंद सिंह जी परमेश्वर नूं कहंदे, कहूँ फूल राजा हवै बैठा, किते तू राजा बनिया बैठा। कहूँ सिमट पे शंकर बैठा, किते समाधि जी ला के शिव जी वांगू बैठा। कहो सतनाम श्री। सगरी श्रेष्ठ दिखाए चंपव आज जुगाड़ स्वरूप सब। बड़े तू कहंदे हैरान करदा सारी सृष्टि नूं तरह तरह के रूप बना के। ये किहने कहा? जिन्हों समझ आई भी ये सारियां विच काम उही कर रहा है। असल विच ये बाहरले पासे कुर्ते है मास दे। आपां कुर्ते अड्डो अड्ड दे पाए ना सारियां ने, विच सारियां दे इक्को जिहा मानस है। इन्हां मानस शरीरां दे बाहरले पासे लगदे रूप हैं, पर अंदरले पासे फिर एक है। कहो सतनाम श्री। कर्मी आवे कपड़ा, नदरी मोख द्वार। किसी को सुबर रूपी कपड़ा मिलिया, किसी को कुत्ता रूपी कपड़ा मिलिया, किसी को बंदा रूपी कपड़ा मिलिया, किसी को मच्छी का कपड़ा मिलिया, किसी को सप का कपड़ा मिलिया।
ਜਿਹੜੇ ਬਾਹਲੇ ਕ੍ਰੋਧੀ ਸੀ ਉਹਨਾਂ ਨੂੰ ਠੂਹੇ ਦਾ ਕੱਪੜਾ ਮਿਲ ਗਿਆ। ਜਿਹੜੇ ਬਾਹਲੇ ਗੁੱਸਾ ਕਰਦੇ ਸੀ ਮਨੁੱਖ, ਨਾਮ ਜਪਿਆ ਨਹੀਂ, ਉਹਨਾਂ ਨੂੰ ਠੂਹੇ ਬਣਾਤਾ, ਲੈ ਤੂੰ ਗੁੱਸਾ ਹੀ ਕਰ ਲਿਆ ਕਰ। ਉਹਨੂੰ ਹੱਥ ਲਾ ਕੇ ਦੇਖੋ, ਪੂਛ ਦੇ ਨਾਲ ਡੰਗ ਮਾਰਦਾ ਨਾਲ ਦੀ ਨਾਲ। ਭਾਵ ਜਿਹੋ ਜਿਹੇ ਸੁਭਾਅ ਹੁੰਦੇ ਆ, ਬੰਦਾ ਸਰੀਰ ਛੱਡ ਕੇ ਉਹੋ ਜਿਹੀਆਂ ਜੂਨਾਂ ਵਿੱਚ ਚਲਿਆ ਜਾਂਦਾ। ਕੋਈ ਸਤਨਾਮ ਸੀ। ਬੱਚਿਆਂ ਦਾ ਮੋਹ ਤੇ ਸੂਰ ਦੀ ਜੂਨੀ ਵਿੱਚ ਭੇਜਤਾ, ਕਹਿੰਦੇ ਤੈਨੂੰ ਮੋਹ ਹੀ ਆ ਤਾਂ ਫਿਰ ਬੱਚੇ ਪਾਲਦਾ, ਸੂਰ ਬਣ ਜਾ। ਕੋਈ ਸਤਨਾਮ ਸੀ। ਕਿਉਂਕਿ ਪਰਮੇਸ਼ਰ ਨੂੰ ਕੋਈ ਫਰਕ ਨਹੀਂ ਪੈਂਦਾ, ਉਹਨੇ ਸਾਰੀ ਸ੍ਰਿਸ਼ਟੀ ਦੇ ਸਰੀਰ ਬਣਾਏ ਨੇ, ਜਿਹੋ ਜਿਹਾ ਕਿਸੇ ਦਾ ਭਾਂਡਾ ਉਹਨੂੰ ਉਹੋ ਜਿਹਾ ਸਮਾਨ ਦੇ ਦਿੰਦਾ। ਕੋਈ ਸਤਨਾਮ ਸ੍ਰੀ। ਜੈਸਾ ਸੇਵੈ ਤੈਸਾ ਹੋਏ, ਬਾਣੀ ਦਾ ਬਚਨ ਹੈ। ਜਿਹੋ ਜਿਹਾ ਬੰਦਾ ਸੋਚਦਾ ਉਹੋ ਜਿਹਾ ਬਣ ਜਾਂਦਾ। ਇਹ ਹੁਣ ਤੁਹਾਡੇ ਡਿਪੈਂਡ ਕਰਦਾ ਵੀ ਤੁਸੀਂ ਕੀ ਬਣਨਾ ਚਾਹੁੰਦੇ ਹੋ। ਅੱਜ ਕੱਲ੍ਹ ਸਾਇੰਸ ਨੇ ਵੀ ਇਹ ਤਜਰਬਾ ਕੀਤਾ ਹੈ ਕਿ ਜੇ ਬੱਚੇ ਨੂੰ ਕਾਮਯਾਬ ਕਰਨਾ ਤੇ ਬੱਚੇ ਨੂੰ ਉਸ ਪਾਸੇ ਪਾਓ ਜਿਹੋ ਜਿਹਾ ਉਹ ਕੰਮ ਕਰਨਾ ਚਾਹੁੰਦਾ ਹੈ, ਉਹ 'ਚ ਕਾਮਯਾਬ ਹੋਊਗਾ। ਕਿਉਂਕਿ ਉਹਦੇ ਵਿੱਚ ਉਹੀ ਗੁਣ ਹੈ। ਜੱਜਮੈਂਟ ਕਰਦੇ ਆ ਬੁੱਧੀਜੀਵੀ ਬੱਚੇ ਦੀ, ਵੀ ਬੱਚੇ ਦਾ ਕਿਹੜੇ ਪਾਸੇ ਨੂੰ ਜ਼ਿਆਦਾ ਧਿਆਨ ਹੈ, ਇਹਨੂੰ ਉਹੋ ਜਿਹੀ ਲਾਈਨ 'ਚ ਹੀ ਪਾਓ, ਉਧਰ ਹੀ ਕਾਮਯਾਬ ਹੋਊਗਾ ਇਹ। ਭਗਤ ਸਿੰਘ ਨੇ ਵੇਖਿਆ ਮੌਕਾ, ਸ਼ਹੀਦ ਭਗਤ ਸਿੰਘ ਨੇ, ਉਸ ਵੇਲੇ ਇਹ ਆਜ਼ਾਦੀ ਦਾ ਘੋਲ ਚੱਲਦਾ ਸੀਗਾ। ਸੁਣਦਾ ਸੀ ਬੰਦੂਕਾਂ ਦੀਆਂ ਗੱਲਾਂ, ਤੀਰਾਂ ਦੀਆਂ ਗੱਲਾਂ। ਅਤੇ ਇੱਕ ਦਿਨ ਬੌਕਰ ਦੇ ਡੱਕੇ ਤੋੜੇ ਬਚਪਨ ਵਿੱਚ, ਔਰ ਕਿਆਰਾ ਜਿਹਾ ਬਣਾ ਲਿਆ, ਮਿੱਟੀ ਦੀ ਵੱਟ ਜੀ ਬਣਾ ਕੇ ਵਿੱਚ ਪਾਣੀ ਲਾਤਾ, ਵਿੱਚ ਡੱਕੇ ਗੁੱਡ 'ਤੇ। ਤੋ ਲੰਘਦੇ ਹੋਏ ਮਾਂ ਨੇ ਜਾਂ ਪਿਓ ਨੇ ਜਾਂ ਕਿਸੇ ਨੇ ਪੁੱਛਿਆ, ਭਗਤ ਸਿੰਘ ਕੀ ਕਰੀ ਜਾਂਦਾ? ਅਤੇ ਜਵਾਬ ਕੀ ਸੀਗਾ? ਦੰਬੂਕਾਂ ਬੀਜਦਾ। ਕਹੋ ਸਤਨਾ, ਵੀ ਹਰੇਕ ਚੀਜ਼ ਬੀਜੇ ਤੋਂ ਪੈਦਾ ਹੁੰਦੀ ਹੈ, ਸ਼ਾਇਦ ਬੰਦੂਕਾਂ ਵੀ ਆਈ ਉੱਗਰਦੀਆਂ ਹੋਣੀਆਂ। ਕਹਿੰਦਾ ਦੰਬੂਕਾਂ ਬੀਜਦਾ। ਕਾਹਦੇ ਵਾਸਤੇ? ਕਹਿੰਦਾ ਗੋਰਿਆਂ ਨੂੰ ਕੱਢਾਂਗੇ। ਵਾਕਿਆ ਦੰਬੂਕਾਂ ਬੀਜਤੀਆਂ, ਫਿਰ ਵੱਡਾ ਹੋਇਆ ਅਤੇ ਦੇਸ਼ ਨੂੰ ਉਹਨਾਂ ਤੋਂ ਆਜ਼ਾਦ ਕਰਾਤਾ। ਕਹੋ ਸਤਨਾਮ ਸੀ। ਭਾਵ ਜਿਹੋ ਜਿਹੇ ਬੰਦੇ ਦੀ ਸੋਚ ਹੁੰਦੀ ਹੈ, ਬੰਦਾ ਉਹੋ ਜਿਹਾ ਬਣਦਾ। ਜੈਸਾ ਸੇਵਾ ਤੈਸਾ ਹੋਏ। ਤਾਂ ਗੁਰਮੁਖ ਜਿਹੜੇ ਹਨ, ਜਿਨ੍ਹਾਂ ਨੂੰ ਸੋਝੀ ਆ ਗਈ, ਇੱਕ ਗੁਰਮੁਖ ਸਦਾ ਸੱਚੇ ਰੰਗ ਰਾਤੇ, ਇਸ ਤਰ੍ਹਾਂ ਏਕਮ ਏਕੈ ਆਪੋ ਪਾਇਆ, ਦੁਬਦਾ ਦੂਜਾ ਤ੍ਰੈਵਿਧ ਮਾਇਆ। ਚੌਥੀ ਪੌੜੀ ਗੁਰਮੁਖ ਉੱਚੀ, ਸੱਚੋ ਸੱਚ ਕਮਾਵਣੇ ਆ। ਅਤੇ ਗੁਰਮੁਖ ਜਿਹੜੇ ਉਹ ਸੱਚ 'ਤੇ ਚੱਲਦੇ ਆ। ਬਾਕੀ ਤਿੰਨਾਂ ਗੁਣਾਂ ਵਾਲੇ ਝੂਠ 'ਤੇ ਵੀ ਚੱਲਦੇ ਆ। ਰਜੋ ਗੁਣ ਦੇ ਵਿੱਚ ਕੀ ਹੈ? ਕਮਾਈ ਬਹੁਤ ਕਰਨੀ ਆ, ਪਰ ਉਹਦੇ ਵਿੱਚੋਂ ਥੋੜ੍ਹੀ ਜਿਹੀ ਕਿਤੇ ਗਰਾਂਟ ਦੇ ਦੇਣੀ। ਜੇ ਮਲਕ ਭਾਗੋ ਸਾਲ ਛਮਾਹੀ ਲੰਗਰ ਲਾ ਦਿੰਦਾ ਦੇਸੀ ਘਿਓ ਦਾ। ਅਤੇ ਤਮੋ ਗੁਣ ਦੇ ਵਿੱਚ ਕੀ ਹੈ? ਅਗਿਆਨਤਾ ਹੈ, ਹਨੇਰਾ ਹੈ, ਔਰ ਇੰਨੀ ਤਮਾ ਹੈ ਕਿ ਇਕੱਠਾ ਕਰਨਾ, ਦੇਣੀ ਕਾਣੀ ਕੌਡੀ ਨਹੀਂ ਕਿਸੇ ਨੂੰ, ਜਿਵੇਂ ਅੱਜ ਦੇ ਮੰਤਰੀ ਸੰਤਰੀ ਰਾਜੇ ਕਰਦੇ ਆ। ਕਹੋ ਸਤਨਾਮ ਸ੍ਰੀ। ਇਹ ਤਮੋ ਗੁਣ 'ਚ ਹੈ ਸਾਰੇ। ਸਤੋ ਗੁਣ ਵਿੱਚ ਨੀਂਦ ਹੈ, ਆਲਸ ਹੈ, ਕੰਮ ਛੱਡ ਕੇ ਬਹਿ ਜਾਣਾ, ਕੁਝ ਕਰਨਾ ਨਾ। ਅਤੇ ਜਿਹੜਾ ਚੌਥਾ ਗੁਣ ਹੈ ਕਲ ਵਾਲਾ, ਇਹ ਤੁਹਾਨੂੰ ਪਰਮੇਸ਼ਰ ਨਾਲ ਜੁੜਦਾ। ਇੱਥੇ ਚੁੱਪ ਕਰਕੇ ਨਹੀਂ ਬਹਿੰਦਾ ਬੰਦਾ, ਟੇਕ ਕੇ ਨਹੀਂ ਬਹਿੰਦਾ। ਗੁਰਮੁਖ ਸੰਸਾਰ ਦੇ ਭਲੇ ਦੀ ਕੁਛ ਨਾ ਕੁਝ ਕਾਰਜ ਕਰਦਾ ਹੀ ਰਹਿੰਦਾ। ਉਹ ਕੋਈ ਨਾ ਕੋਈ ਕਲਾ ਵਰਤਾਉਂਦਾ ਰਹਿੰਦਾ। ਜਿਸ ਤਰ੍ਹਾਂ ਇੱਕ ਨਿਹੰਗ ਸਿੰਘ ਹੋਇਆ, ਅੰਗਰੇਜ਼ ਸੀਗਾ, ਮੁੜ ਕੇ ਉਹ ਨਿਹੰਗ ਬਣ ਗਿਆ ਸੀਗਾ, ਸਿੰਘ ਬਣ ਗਿਆ ਸੀਗਾ। ਉਹ ਰਸਤਿਆਂ ਨੂੰ ਸਾਫ਼ ਕਰਦਾ ਰਹਿੰਦਾ। ਉਹ ਕਹਿੰਦੇ ਵੀ ਤੂੰ ਰਸਤੇ ਸਾਫ਼ ਕਰਦਾ ਰਹਿੰਦਾ ਹੈਗਾ, ਇਹ ਤੇਰੇ ਕੀ ਕੰਮ? ਕਹਿੰਦਾ ਵੇਖੋ ਸਰੀਰ ਮਿਲਿਆ ਹੈਗਾ, ਕੁਛ ਕਰਨਾ ਚਾਹੀਦਾ ਬੰਦੇ ਨੂੰ। ਮੈਂ ਰਸਤਾ ਕਰਾਂਗਾ, ਮੈਂ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਟੱਪਣਾ ਸੌਖਾ ਹੋ ਜਾਊਗਾ, ਮੈਂ ਵਿਹਲਾ ਹੀ ਕਰਨਾ। ਤਾਂ ਇਹ ਆ ਕਲਾ। ਕੋਈ ਨਾ ਕੋਈ ਕਲਾ ਕਿਸੇ ਨਾ ਕਿਸੇ 'ਚ ਹੁੰਦੀ ਆ। ਆਪਣੀ ਕਲਾ ਦਾ ਲਾਭ ਦੂਜਿਆਂ ਨੂੰ ਦੇਣਾ ਚਾਹੀਦਾ। ਕਹੋ ਸਤਨਾਮ ਸ੍ਰੀ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ, ਇਹ ਗੁਰਮੁਖ ਚੌਥੀ ਪੌੜੀ ਗੁਰਮੁਖ ਉੱਚੀ, ਸੱਚੋ ਸੱਚ ਕਮਾਵਣਿਆ। ਸਭ ਹੈ ਸੱਚਾ ਜੇ ਸੱਚੇ ਭਾਵੈ। ਜਿਹੜੇ ਗੁਰੂ ਵਾਲੇ ਬਣ ਗਏ ਉਹ ਪਰਮੇਸ਼ਰ ਨੂੰ ਭਾ ਗਏ, ਅਤੇ ਜਿਹੜੇ ਪਰਮੇਸ਼ਰ ਨੂੰ ਭਾ ਗਏ ਉਹਨਾਂ ਨੂੰ ਹਰ ਥਾਂ ਪਰਮੇਸ਼ਰ ਦਿਖਾਈ ਦੇਣ ਲੱਗੇ ਆ। ਭਾਈ ਕਨ੍ਹਈਏ ਵਾਂਗੂ ਉਹਨਾਂ ਨੂੰ ਸਾਰਿਆਂ ਵਿੱਚ ਰੱਬ ਦਿਸਣ ਲੱਗ ਜਾਂਦਾ ਹੈ। ਸਭ ਹੈ ਸੱਚਾ ਜੇ ਸੱਚੇ ਭਾਵੇ। ਜੇ ਸਾਰਿਆਂ ਦੇ ਵਿੱਚ ਪਰਮੇਸ਼ਰ ਨੂੰ ਵੇਖੋਗੇ ਤਾਂ ਪਰਮੇਸ਼ਰ ਨੂੰ ਚੰਗੇ ਲੱਗੋਗੇ। ਘਟ ਘਟ ਮੈਂ ਹਰ ਜੂ ਵਸੈ
ਸੰਤਨ ਕਹਿਓ ਪੁਕਾਰ, ਜਿਨ ਸੱਚ ਜਾਤਾ ਸੋ ਸਹਿਜ ਸਮਾਵੈ। ਜਿਨ੍ਹਾਂ ਨੇ ਉਹ ਸੱਚ ਨੂੰ ਜਾਣ ਲਿਆ ਉਹ ਸਹਿਜੇ ਹੀ ਉਹਦੇ ਵਿੱਚ ਮਿਲ ਗਏ। ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨ ਜਾਣੋ ਮਾਨਸ ਦਿਆ। ਗੁਰਮੁਖ ਕਰਨੀ ਸੱਚੇ ਸੇਵੈ, ਸਾਚੇ ਜਾਏ ਸਮਾਵਣਿਆ। ਇਉਂ ਗੁਰਮੁਖਾਂ ਦੀ ਕਰਨੀ ਜਿਹੜੀ ਹੈ, ਉਹਨਾਂ ਦਾ ਕੰਮ ਜਿਹੜਾ ਹੈ ਸੱਚੇ ਨੂੰ ਸਿਮਰਨਾ, ਸੱਚੇ ਦੇ ਨਾਲ ਜੁੜਨਾ ਤੇ ਅਖੀਰ ਜੀਵਨ ਸੰਪੂਰਨ ਕਰਕੇ ਸੱਚ ਵਿੱਚ ਜਾ ਮਿਲਣਾ। ਮੌਤ ਤਾਂ ਸਭ ਦੀ ਹੁੰਦੀ ਆ, ਮਰਨਾ ਸਭ ਨੇ ਹੈ, ਪਰ ਗੁਰਮੁਖਾਂ ਦਾ ਜਿਹੜਾ ਮਰਨਾ ਉਹ ਹੋਰ ਹਿਸਾਬ ਦਾ, ਦੁਨੀਆ ਦਾ ਮਰਨਾ ਹੋਰ ਹਿਸਾਬ ਦਾ। ਕਬੀਰ ਮਰਤਾ ਮਰਤਾ ਜਗ ਮੂਆ, ਮਰ ਭੀ ਨਾ ਜਾਣਿਆ ਕੋਏ। ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਕਿਆ ਜਾਣਾ ਕਿ ਮਰਾਂਗੇ, ਕੈਸਾ ਮਰਨਾ ਹੋਏ। ਜੇਕਰ ਸਾਹਿਬ ਮਨੋ ਨਾ ਬਿਸਰੈ ਤੇ ਸਹਿਲਾ ਮਰਨਾ ਹੋਏ। ਸਰੀਰ ਸੰਸਾਰ ਵੀ ਛੱਡਦਾ, ਸਰੀਰ ਗੁਰੂ ਅਮਰਦਾਸ ਜੀ ਵੀ ਤਿਆਗ ਰਹੇ ਨੇ। ਅਖੀਰਲੇ ਸਮੇਂ ਪਰਿਵਾਰ ਨੂੰ ਇਕੱਠਾ ਕੀਤਾ ਹੈ। ਤੁਸੀਂ ਪੁੱਤ ਭਾਈ ਪਰਿਵਾਰ ਮੇਰਾ, ਮਨ ਵੇਖੋ ਕਾ ਨਿਰਜਾਸ ਜੀਓ। ਸੋਚੋ ਮੈਂ ਜਾਣਾ ਹੈ ਅੱਜ, ਸਾਰੇ ਬਰਾਕ ਕਰਨ ਲੱਗੇ, ਰੋਣ ਲੱਗੇ, ਕਹਿੰਦੇ ਮਹਾਰਾਜ ਸਾਨੂੰ ਛੱਡ ਕੇ ਜਾ ਰਹੇ ਹੋ। ਬਈ ਸਭ ਨੂੰ ਜਾਣਾ ਪੈਣਾ ਹੈ, ਮੇਰਾ ਵੀ ਸਮਾਂ ਆ ਗਿਆ, ਅੱਜ ਮੈਨੂੰ ਸੱਦਾ ਆ ਗਿਆ, ਮੈਂ ਜਾਣਾ, ਰੋਣਾ ਨਹੀਂ ਹੈਗਾ। ਤੇ ਮੈਂ ਕਿੱਥੇ ਜਾਊਂਗਾ? ਮੈਂ ਸ਼ਬਦ ਵਿੱਚ ਸਮਾਊਂਗਾ ਨਾ। ਹਰੇਕ ਦੇ ਮਰਗ ਤੇ ਆਪਾਂ ਸੱਦ ਦੀ ਬਾਣੀ ਪੜ੍ਹਦੇ ਹਾਂ, ਵਿਚਾਰੋ ਇਸ ਨੂੰ। ਸੱਦ ਰਾਮ ਕਲੀ ਸੱਦ, ਗੁਰ ਸ਼ਬਦ ਸਮਾਵੇ, ਅਵਰ ਨਾ ਜਾਣੈ ਕੋਇ ਜੀਓ। ਅਵਰੋ ਨਾ ਜਾਣੈ ਸ਼ਬਦ ਗੁਰ ਕੈ, ਏਕ ਨਾਮ ਧਿਆਵੇ। ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦ ਵੀ ਪਾਵੇ। ਆਇਆ ਹਕਾਰਾ ਚੱਲਣ ਵਾਰਾ, ਹਰ ਰਾਮ ਨਾਮ ਸਮਾਇਆ। ਮੈਂ ਸ਼ਬਦ ਵੀ ਸਮਾਉਣ ਲੱਗਿਆ। ਜਿਨ੍ਹਾਂ ਨੇ ਸੱਚ ਨੂੰ ਜਾਣ ਲਿਆ ਉਹ ਸਰੀਰ ਨੂੰ ਛੱਡ ਕੇ ਵੱਡੀ ਪਦਵੀ ਪ੍ਰਾਪਤ ਕਰਦੇ ਹੈ। ਜੇ ਕਿਸੇ ਨੂੰ ਕੱਚਾ ਘਰ ਢਾਹ ਕੇ ਪੱਕਾ ਮਿਲੇ ਤਾਂ ਫਿਰ ਉਦੋਂ ਚੰਗਾ ਕੀ ਹੈ ਵੀ, ਫਿਰ ਤਾਂ ਕੱਚਾ ਮਿੰਟਾਂ 'ਚ ਹੀ ਛੱਡਿਆ ਜਾਊਗਾ। ਜੇ ਅੱਗੇ ਰਹਿਣ ਦਾ ਇੰਤਜ਼ਾਮ ਨਹੀਂ ਕੀਤਾ ਫਿਰ ਕੱਚਾ ਵੀ ਛੱਡਣਾ ਔਖਾ ਲੱਗਦਾ ਕੁਛ। ਫਿਰ ਇਵੇਂ ਹੀ ਮਨਮੁੱਖਾਂ ਨੂੰ ਮਰਨਾ ਔਖਾ ਲੱਗਦਾ, ਗੁਰਮੁਖਾਂ ਨੂੰ ਮਰਨਾ ਸੌਖਾ ਲੱਗਦਾ। ਬਸ ਇਸੇ ਤਰ੍ਹਾਂ ਹੀ ਹੈ। ਮਨਮੁੱਖਾਂ ਨੂੰ ਸਰੀਰ ਤਿਆਗਣਾ ਬਹੁਤ ਔਖਾ ਲੱਗਦਾ ਹੈ। ਮੌਤ ਦਾ ਪਤਾ ਲੱਗਦਾ, ਤੜਫਦੇ ਆ। ਪਾਦੋਏ ਭਰਮ ਭੁਲਾਣੀਆਂ, ਦੂਜਾ ਲੱਗਾ ਹੇਤ। ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀ ਕੇਤ। ਉਹ ਭਟਕਦੇ ਆ, ਦੁਖੀ ਹੁੰਦੇ ਆ। ਜਿਤ ਦਿਨ ਦੇਹ ਬਿਨਸੀ, ਤਿਤ ਵੇਲੇ ਕੈਸਨ ਪ੍ਰੇਤ। ਪਕੜ ਚਲਾਇਣ ਦੂਤ ਜਮ ਕਿਸੇ। ਉਹਨਾਂ ਨੇ ਅਗਲਾ ਘਰ ਹੀ ਨਹੀਂ ਬਣਾਇਆ ਨਵਾਂ, ਉਹਨਾਂ ਨੇ ਮਾਲਕ ਦੇ ਘਰ ਨੂੰ ਨਹੀਂ ਜਾਣਿਆ ਜਿੱਥੇ ਜਾਣਾ ਸੀਗਾ। ਤਾਂ ਦੇ ਜਮਦੂਤ ਫੜ ਲੈਂਦੇ ਆ, ਉਹ ਦੁਖੀ ਹੁੰਦੇ ਆ। ਗੁਰਮੁਖ ਜਿਹੜੇ ਵੱਜਦੇ ਬਾਜੇ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਸੱਚੀ ਦਰਗਾਹ ਜਾਏ, ਸੱਚਾ ਪਿੜ ਮੱਲਿਆ। ਉਹਨਾਂ ਦੀ ਅਵਸਥਾ। ਚੌਥੀ ਪੌੜੀ ਗੁਰਮੁਖ ਉੱਚੀ, ਸੱਚੋ ਸੱਚ ਕਮਾਵਣਿਆ। ਸਭ ਹੈ ਸੱਚਾ ਜੇ ਸੱਚੇ ਭਾਵੈ। ਜਿਨ੍ਹਾਂ ਨੇ ਸਾਰਿਆਂ ਵਿੱਚ ਉਹਨੂੰ ਜਾਣ ਲਿਆ ਉਹਨੂੰ ਪ੍ਰਵਾਨ ਹੋ ਜਾਂਦੇ ਹੈ। ਜਿਨ ਸੱਚ ਜਾਤਾ ਸੋ ਸਹਿਜ ਸਮਾਵੈ। ਜਿਨ੍ਹਾਂ ਨੇ ਸੱਚ ਨੂੰ ਜਾਣ ਲਿਆ ਸਹਿਜੀ ਉਹਦੇ ਵਿੱਚ ਮਿਲ ਜਾਂਦੇ ਹੈ। ਗੁਰਮੁਖ ਕਰਨੀ ਸੱਚੇ ਸੇਵੈ, ਸਾਚੇ ਜਾਏ ਸਮਾਵਣਿਆ। ਉਹਨਾਂ ਦਾ ਜੀਵਨ ਹੀ ਸੱਚ 'ਤੇ ਚੱਲਦਾ। ਉਹ ਜ਼ਿੰਦਗੀ ਵਿੱਚ ਬੋਲਦੇ ਵੀ ਸੱਚ ਹੀ ਹੈ, ਖੜਦੇ ਵੀ ਸੱਚੇ ਦੇ ਨਾਲ ਹੈ, ਵੋਟ ਵੀ ਸੱਚੇ ਨੂੰ ਪਾਉਂਦੇ ਆ, ਆਪਣਾ ਹੱਕ ਵੀ ਸੱਚੇ ਨੂੰ ਦਿੰਦੇ ਆ। ਉਹ ਸੱਚ ਬੋਲਦੇ ਆ, ਸੱਚ ਦੀ ਗੱਲ ਕਰਦੇ ਆ। ਸੱਚ ਦੇ ਗੱਲ ਕਰਦੇ ਚਾਹੇ ਸਰੀਰ ਤਿਆਗਣਾ ਪੈ ਜੇ, ਪਰ ਸੱਚ ਨਹੀਂ ਛੱਡਦੇ। ਉਹ ਸੱਚ ਵਿੱਚ ਮਿਲਦੇ ਆ। ਕੋ ਸਤਨਾਮ ਸ੍ਰੀ। ਇਸ ਕਰਕੇ ਗੁਰਮੁਖ ਕਰਨੀ, ਗੁਰਮੁਖਾਂ ਦਾ ਜੀਵਨ ਸੱਚਾ ਹੁੰਦਾ ਹੈ। ਸੱਚੇ ਸੇਵੈ, ਸੱਚੇ ਨੂੰ ਸਿਮਰਦੇ ਆ। ਸਾਚੇ ਜਾਏ ਸਮਾਵਣੇ, ਉਹਦੇ ਵਿੱਚ ਮਿਲ ਜਾਂਦੇ ਹੈ। ਸੱਚੇ ਬਾਝੋਂ ਕੋ ਅਵਰ ਨਾ ਦੂਆ। ਤੇ ਨਾਲੇ ਸੁਣ ਲਓ, ਪਰਮੇਸ਼ਰ ਤੋਂ ਬਗੈਰ ਕੁਛ ਵੀ ਨਹੀਂ ਹੈ, ਸਾਰੇ ਪਰਮੇਸ਼ਰ ਹੀ ਹੈ। ਬਸ ਇੱਕ ਉਹੀ ਸੱਚ ਹੈ, ਬਾਕੀ ਸਭ ਸੁਪਨਾ ਹੈ। ਜਿਵੇਂ ਸੁਪਨਾ ਨਹੀਂ ਆਉਂਦਾ ਰਾਤ ਨੂੰ, ਤੇ ਜਦੋਂ ਜਾਗ ਆ ਜਾਂਦੀ ਹੈ ਉਹ ਸੁਪਨੇ ਵਾਲਾ ਸਮਾਨ ਲੱਭਦਾ ਹੀ ਨਹੀਂਗਾ। ਇਸੇ ਤਰ੍ਹਾਂ ਹੁਣ ਆਪਾਂ ਸੁੱਤੇ ਹੋਏ ਹਾਂ, ਗੁਰੂ ਜਗਾਉਂਦਾ ਹੈ ਆਪਾਂ ਨੂੰ। ਜਦੋਂ ਆਪਾਂ ਨੂੰ ਗਿਆਨ ਦੀ ਜਾਗ ਆ ਗਈ ਉਦੋਂ ਪਤਾ ਲੱਗੂ ਵੀ ਇਹ ਤਾਂ ਸੁਪਨਾ ਸੀਗਾ।
कोई किसे दा नहीं, काको मात पिता को काको कवन पुरख की जोई। कौन घर वाली, कौन घर वाला, कौन पुत, कौन प्यो, कोई किसे दा नहीं। सब ने कल्ले आए हैं, कल्लियां जाना है। उस दा हिसाब किताब भी कर लो। ਇਹਦਾ मतलब ये नहीं कि घर छड्ड के भाजो, घरे रहना है। वो संबंध है संसार के, लैन देन भी चलूगा। किसी तो सौदा लिया वो पैसे देने, अगला आऊगा लैन वास्ते। इवें माँ प्यो का धियां पुत्तां का संबंध है जिहड़ा, ये लैन देन का संबंध है, भी पूरा करना पैना। पर दूजा काम भी करना पैना कि आप आपदे घरे भी जाना है। कहो सतनाम श्री, वो भी काम करना है। वो ना किया फिर ਇਹਦਾ कोई फायदा नहीं। बाणी एक पक्ष नहीं लैंदी गी। जे कह देता का को मात पिता को का को कवन पुरख की जोई। घट फूटै को बात न पूछै, काढ़ो काढ़ो होई। इस ता कोई शक नहीं गा। हुण मुर्दे शरीर नूं, केलियां दे छिलके नूं कौन घरे रखदा बई? केला खांदा अगला। कहो सतनाम श्री। शरीर नूं कौन रख सकदा? शरीर ने मुश्क जाना, बदबू मारनी है जदों इहदे विचों बोलण वाला निकल गया। कहो सतनाम श्री। फिर तो अं अग विच पाउणा ही पैना, संभालण वास्ते नपना पैना, कुछ ना कुछ करना ही पैना, ताकि बदबू फैल के दूजिਆਂ ਨੂੰ खराब ना करे। कहो सतनाम श्री। पर ਇਹਦਾ मतलब ये भी नहीं कि ਇਹਦੇ ਵਿੱਚ ही खचत हो जाओ। बाबा जी कहते ये दुनिया दूजे नाल जुड़ जुड़ के खत्म हो जाती है, अपने आपे की खोज नहीं करती। सच्चे बाझों को अवर न दूआ। पहली गल तो दो गल्लां इकट्ठियां आईयां बाणी विच, एक दूजे दे एंटी, पर एंटी नहीं हैगियां। बाणी च कोई शब्द किसी दे एंटी नहीं। एक शब्द आया जग काजल की कोठरी अंध परे ते समाहे, ते दूजा शब्द आया ये संसार तुम देखदे एहो हर का रूप है, हर रूप नदरी आया। हुण दोने शब्द अपने थां ते ठीक आ। ਜਿਹੜਾ ਮਨਮੁਖ ਹੈ ਉਹ ਐਦਾਂ ਦੁਨੀਆ ਵਿੱਚ ਵਿਚਰਦਾ ਜਿਵੇਂ ਕੋਈ ਕੋਲਿਆਂ ਦੇ ਕੋਠੇ 'ਚੋਂ ਅੰਨਾ ਹੋ ਕੇ ਟੱਪੇ ਤੇ ਹੱਥ ਮੂੰਹ ਕੱਪੜੇ ਕਾਲੇ ਕਰਾ ਕੇ ਨਿਕਲਦਾ। ਕਹੋ ਸਤਨਾਮ ਸੀ। ਤੇ ਜਿਹੜੇ ਗੁਰਮੁਖ ਹਨ ਉਹ ਐਦਾਂ ਸੰਸਾਰ 'ਚੋਂ ਲੰਘਦੀ ਆਪਣੇ ਕੱਪੜੇ ਸੰਭਾਲ ਕੇ, ਆਪਣੀ ਸੁਰਤ ਸੰਭਾਲ ਕੇ, ਆਪਣੇ ਗਿਆਨ ਇੰਦਰੇ ਸੰਭਾਲ ਕੇ, ਵੀ ਕੋਈ ਪਾਪਾਂ ਦੀ ਕਾਲਸ ਨਹੀਂ ਚੱਕ ਕੇ ਲੈ ਜਾਂਦੇ। ਗੱਲ ਦੋਨੇ ਸਹੀ ਆ। जा काजल की कोठरी अंध परे तिसमाहे, हाँ बलिहारी तिन को पैस जो नीक सजाहे। ते जिन्हां नूं समझ आ गई वो कहंदे ये संसार तुम देखदे एहो हर का रूप है, हर रूप नदरी आया। गुर प्रसादी बुझिया तां चलत होआ। जदों गुरु की कृपा समझ आई तो पता लग्या दुनिया तो जा रही है, चलत होआ चल रही है, आ जा रही है मेले की तरह। गुर प्रसादी बुझिया ता चलत हुआ चलत नदरी आया। कहे ना श्रेष्ठ का मुँह रचिया जोत राखी। परमेश्वर ने सृष्टि रची अपनी जोत रखने वास्ते, पर एक कुर्ते किसे काम नहीं फटे हुए, पुराने कपड़े किसे काम नहीं, उन्होंने अग ला के मचा दिओ। को सतनाम सी। शरीर कचोले हैं, 84 लाख जूना दे चोले है। किसी नूं अपने भागां नाल कोई मिलदा, किसी नूं कोई मिलदा। तो बाबा जी कहने सच्चे बाजों को अवर न दूआ, दूजा लाग जा खप खप मूआ। गुरमुख होवे सो एको जाना, एको सेव सुख पावनिया। उस एक नूं सिमरदे होए सुख नूं प्राप्त हो जाते हैं। गुरमुख जेड़े एक नाल जुड़ते हैं, पूजा अकाल की परचा शब्द का दीदार खालसे का, उस एक नाल जुड़ के एक नूं सिमरदे है ते सिमरदे सिमरदे एक दे विच मिल के सुख नूं प्राप्त हो जाते हैं। एको सेव सुख पावनिया। अगे गुरु साहब साडे वास्ते अरदास करते हैं, की कहते हैं जी जंत सब शरण तुम्हारी, है तो तेरे ही, बनाए तो तू ही है ना। 4 बच्चे पैदा किए है माँ प्यो ने, एक बच्चा कमला निकल गया, नशेड़ी निकल गया, हुण उहनूं किहड़ा घरों कढ देंगे। कहो सतनाम श्री। गुरु साडे वास्ते बेनती करता है, महाराज सारे तेरे ही है। जी जंत सब शरण तुम्हारी, आपे धर देखा कच्ची पक्की सारी। ये जीव तेरे ही आ, तू ही इन्हां दे गुणा औगुणा नूं देखदा है। कच्ची भाव जो कच्चे नाल जुड़े है, संसार नाल जुड़े है, वो कच्ची मत वाले। पक्की मत वाले जिहड़े परमेश्वर नाल जुड़े हुए ना,
ਤੇ ਸਾਰੀ ਜਿਨ੍ਹਾਂ ਨੇ ਨਿਚੋੜ ਕੱਢ ਲਿਆ ਵੀ ਅਸਲ ਵਿੱਚ ਆ ਹੈ, ਬਸ ਬਾਕੀ ਛੱਡ ਦਿਓ। ਕੋਈ ਸਤਨਾਮ। ਕਰਮੀ ਆਪੋ ਆਪਣੀ, ਇਹ ਪਰਮੇਸ਼ਰ ਦੇਖਦਾ ਸਾਡੇ ਕਰਮਾਂ ਨੂੰ। ਪਰਮੇਸ਼ਰ ਨੂੰ ਬੇਨਤੀ ਕਰਦੇ ਆ ਗੁਰੂ ਸਾਹਿਬ ਸਾਡੇ ਵਾਸਤੇ, ਜੀ ਜੰਤ ਸਭ ਸਰਨ ਤੁਮਾਰੀ, ਆਪੇ ਧਰ ਦੇਖੈ ਕੱਚੀ ਪੱਕੀ ਸਾਰੀ, ਅੰਡ ਨੇ ਆਪੇ ਕਾਰ ਕਰਾਏ। ਤੂੰ ਹੀ ਸਾਨੂੰ ਧੰਦਿਆਂ ਵਿੱਚ ਪਾਇਆ ਤੇ ਤੂੰ ਹੀ ਧੰਦੇ ਕਰਵਾ ਰਿਹਾ ਹੈ। ਆਪੇ ਮੇਲ ਮਿਲਾਵਣਿਆ, ਤੇ ਤੂੰ ਹੀ ਕਿਰਪਾ ਕਰਕੇ ਕੱਢ ਕੇ ਸਾਨੂੰ ਵਿੱਚ ਮਿਲਾ ਲਾ। ਅਰਦਾਸ ਤਾਂ ਕਰਨੀ ਪੈਣੀ ਹੈ ਨਾ। ਜੋ ਸ਼ਰਨ ਆਵੈ ਤਿਸ ਕੰਠ ਲਗਾਵੈ, ਇਹ ਵਿਰਧ ਸੁਆਮੀ ਸੰਧਾ। ਸਤਿਗੁਰੂ ਸਾਡੇ ਵਾਸਤੇ ਬੇਨਤੀ ਕਰ ਦੇਣ ਕਿ ਤੂੰ ਕਿਰਪਾ ਕਰ। ਹੁਣ ਬਹੁਤ ਚਿਰ ਹੋ ਗਿਆ ਨਾ ਅਰਦਾਸ ਜੀ ਨੇ ਕਿਰਪਾ ਕੀਤੀ, ਬੜੀ ਸੁੰਦਰ ਅਰਦਾਸ ਕੀਤੀ। ਹਮ ਸਰ ਦੀਨ ਦਿਆਲ ਨ ਤੁਮ ਸਰ, ਸਾਡੇ ਵਰਗਾ ਕੰਗਾਲ ਗਰੀਬ ਕੋਈ ਨਹੀਂ, ਨਿਮਾਣਾ ਕੋਈ ਨਹੀਂ। ਹਮ ਸਰ ਦੀਨ ਦਿਆਲ ਨ ਤੁਮ ਸਰ, ਆਪ ਪਤਿਆਰ ਕਿਆ ਕੀਜੈ। ਇਦੂ ਉੱਤੇ ਹੋਰ ਕੀ ਕਹਾ, ਹੁਣ ਕੋਈ ਪ੍ਰਤਿਆਵਾ ਲੈਣਾ। ਬਸ ਪਤਾ ਹੀ ਹੈ ਵੀ ਤੇਰੇ ਵਰਗਾ ਦਿਆਲੂ ਕੋਈ ਨਹੀਂ ਤੇ ਮੇਰੇ ਵਰਗਾ ਨਿਮਾਣਾ ਕੋਈ ਨਹੀਂ। ਕੋ ਸਤਨਾਮ ਸ੍ਰੀ। ਹਮ ਸਰ ਦੀਨ ਦਿਆਲ ਨ ਤੁਮ ਸਰ, ਆਪ ਪਤਿਆਰ ਕਿਆ ਕੀਜੈ। ਕਿਰਪਾ ਕਰ ਬਚਨੀ ਤੋਰ ਮੋਰ ਮਨ ਮਾਜੈ ਮਾਨੈ। ਮੇਰਾ ਮਨ ਤੇਰੇ ਬਚਨਾਂ ਤੇ ਖੜ ਜੇ, ਕਿਰਪਾ ਕਰ ਦੇ। ਜਨ ਕੋ ਪੂਰਨ ਦੀਜਾ, ਹੁਣ ਤੂੰ ਸਾਨੂੰ ਪੂਰੇ ਕਰ ਦੇ, ਬਖਸ਼ਿਸ਼ ਕਰ। 16 ਕਲਾ ਕਰ ਦੇ ਸਾਨੂੰ ਹੁਣ। ਜਨ ਕੋ ਪੂਰਨ ਦੀਜੈ, ਹਾਂ ਬਲ ਬਲ ਜਾਉ ਰਮਈਆ ਕਾਰਨੇ। ਮੈਂ ਤੇਰੇ ਕੰਮਾਂ ਤੋਂ ਬਲਿਹਾਰੇ ਜਾਨਾ। ਕਾਰਨ ਕਵਣ, ਕਿਹੜੇ ਕੰਮਾਂ ਤੋਂ, ਕਿਹੜੇ ਕਿਹੜੇ ਦੱਸਾਂ, ਤੇਰੇ ਕੰਮ ਹੀ ਵਾਲੇ ਆ। ਅਬੋਲ ਦੱਸੇ ਨਹੀਂ ਜਾ ਸਕਦੇ ਪਰਮੇਸ਼ਰ ਕਿੰਨੇ ਕੰਮ ਕਰਦਾ, ਕਿੰਨਾ ਕੁਝ ਸਾਨੂੰ ਦਿੱਤਾ, ਕਦੇ ਸ਼ੁਕਰੀਆ ਕੀਤਾ। ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ। ਹਾਂ ਬਲ ਬਲ ਜਾਓ ਰਮਈਆ ਕਾਰਨੇ, ਹੇ ਰਾਮ ਤੇਰਿਆਂ ਕੰਮਾਂ ਤੋਂ ਬਲਿਹਾਰੇ ਜਾਵਾਂ। ਕਿਹੜਿਆਂ ਕੰਮਾਂ ਤੋਂ? ਕਾਰਨ ਕਵਣ, ਕਿਹੜੇ ਕਿਹੜੇ ਦੱਸਾਂ। ਉੱਥੇ ਚੁੱਪ ਹੈ, ਅਬੋਲ। ਕੀ ਬੋਲਾਂ? ਬਸ ਇੱਕੋ ਹੀ ਬੋਲਦਾ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋਂ ਚਿਰ ਭਇਓ, ਦਰਸ਼ਨ ਦੇਖੇ। ਬਸ ਇਹੀ ਬੋਲਦਾ। ਤੇਰੇ ਕੰਮ ਜੇ ਗਣਨ ਲੱਗ ਪਿਆ, ਤਬ ਸਰਬ ਨਾਮ ਕਥੈ ਕਵਣ, ਕਰਮ ਨਾ ਬਨ ਸਮਤ। ਮੈਂ ਤੇਰੇ ਸਾਰੇ ਕੰਮ ਤੇ ਤੇਰੇ ਨਾਮ ਵੀ ਗਿਣ ਨਹੀਂ ਸਕਦਾ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ। ਆਖਰੀ ਪਦੇ ਵਿੱਚ ਪ੍ਰੀਤਮ ਜੀ ਕਹਿੰਦੇ, ਆਂਡੇ ਨੇ ਆਪੇ ਕਾਰ ਕਰਾਏ, ਆਪੇ ਮੇਲ ਮਿਲਾਵਣਿਆ। ਤੂੰ ਆਪੇ ਮੇਲੇ ਵੇਖੇ ਹਦੂਰ। ਜਿਹੜਾ ਤੈਨੂੰ ਨੇੜੇ ਸਮਝਦਾ ਤੂੰ ਉਹਨੂੰ ਮਿਲਾ ਲੈਣਾ। ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾਦਰਾ ਹਦੂਰ। ਹੁਣ ਨੇੜੇ ਵੇਖਣਾ ਕੀ ਹੈ? ਇਹ ਸਿਮਰਨ ਦੀ ਯੋਗਤਾ। ਆਪਣੇ ਨੇੜੇ ਵੇਖਣਾ, ਤੁਹਾਡੀ ਅੱਖ ਇੰਨੀ ਖੁੱਲੇ ਬਸ ਤੁਹਾਡੇ ਚਿਹਰੇ ਤੋਂ ਗਾਹ ਨਾ ਜਾਵੇ, ਇਹ ਹੈ ਨੇੜੇ ਵੇਖਣਾ। ਜਪਜੀ ਸਾਹਿਬ 'ਚ ਵੀ ਲਿਖਿਆ, ਇੱਥੇ ਵੀ ਲਿਖਿਆ। ਤੂੰ ਉਹਨਾਂ ਨੂੰ ਮਿਲਾ ਲੈਣਾ ਜਿਹੜੇ ਨੇੜੇ ਵੇਖਦੇ ਆ, ਜਿਹੜੇ ਰੱਬ ਨੂੰ ਹਰ ਥਾਂ ਜਾਣਦੇ ਆ। ਜਿਵੇਂ ਕਿ ਸਾਧ ਨੇ ਗੱਦੀ ਦੇਣੀ ਸੀ ਗਾਹਾਂ, 2 ਚੇਲੇ ਸੀਗੇ, ਦੋਵਾਂ ਵਿੱਚ ਮੁਕਾਬਲਾ ਸੀਗਾ, ਕੰਪੀਟੀਸ਼ਨ ਸੀਗਾ। ਉਹਨਾਂ ਨੇ ਦੋਹਾਂ ਚੇਲਿਆਂ 'ਚੋਂ ਇੱਕ ਨੂੰ ਚੁਣਨਾ ਸੀ ਹੁਣ, ਤੇ ਦੋਹਾਂ ਨੂੰ 2 ਕਬੂਤਰ ਫੜਾਤੇ। ਕਹਿੰਦੇ ਵੀ ਐਦਾਂ ਕਰੋ, ਇੱਕ ਦਿਨ ਇੱਧਰ ਜਾਓ, ਇੱਕ ਦਿਨ ਇੱਧਰ ਜਾਓ, ਤੇ ਇਹਨਾਂ ਨੂੰ ਮਾਰ ਕੇ ਲਿਆਓ। ਪਰ ਮਾਰ ਕੇ ਉੱਥੇ ਲਿਆਇਓ ਜਿੱਥੇ ਕੋਈ ਵੇਖਦਾ ਨਾ ਹੋਵੇ। ਸੱਜੇ ਪਾਸੇ ਵਾਲਾ ਗਿਆ, ਤੁਰਿਆ ਹੀ ਗਿਆ, ਤੁਰਿਆ ਹੀ ਗਿਆ, ਤੁਰਿਆ ਹੀ ਗਿਆ, ਮੁੜਿਆ ਹੀ ਨਹੀਂ। ਖੱਬੇ ਪਾਸੇ ਵਾਲਾ ਥੋੜ੍ਹੀ ਦੂਰ ਗਿਆ, ਡੇਰੇ ਦੀ ਕੰਧ ਓਲੇ ਓਲੇ ਹੋ ਕੇ ਤੇ ਧੌਣ ਮਰੋੜ ਕੇ ਮਾਰ ਲਿਆ। ਕਹੋ ਸਤਨ ਲਓ ਮਹਾਰਾਜ, ਮਾਰ ਲਿਆਂਦਾ, ਦਿਓ ਗੱਦੀ। ਦਿੰਦੇ ਆ ਇੱਧਰਲੇ ਨੂੰ ਆ ਜਾਂਦੇ, ਕਿਹੜਾ ਵੇਖਦੇ ਆ ਕਿਹੜਾ ਪਾਸ ਹੁੰਦਾ। ਉਹ ਦੂਜਾ ਸ਼ਾਮਾਂ ਨੂੰ ਮੁੜਿਆ ਤੇ ਜਿਉਂਦਾ ਹੀ ਚੱਕੀ ਆਵੇ। ਉਹ ਕਹਿਣ ਲੱਗੇ ਵੀ ਤੂੰ ਨਹੀਂ ਮਾਰ ਕੇ ਲਿਆਇਆ। ਕਹਿੰਦਾ ਮਹਾਰਾਜ ਤੁਸੀਂ ਕਿਹਾ ਸੀ ਉੱਥੇ ਮਾਰਨਾ ਜਿੱਥੇ ਕੋਈ ਵੇਖਦਾ ਨਾ ਹੋਵੇ। ਕਹਿੰਦੇ ਹਾਂ, ਫਿਰ ਮੈਨੂੰ ਇਹੋ ਜਿਹਾ ਕੋਈ ਥਾਂ ਨਹੀਂ ਲੱਭਿਆ ਜਿੱਥੇ ਕੋਈ ਵੇਖਦਾ ਨਾ ਹੋਵੇ। ਕਹੋ ਸਤਨਾਮ। ਕਹਿੰਦੇ ਆਹ ਤਾਂ ਮਾਰ ਲਿਆਇਆ। ਤੂੰ ਕਿੱਥੇ ਮਾਰਿਆ ਜੀ? ਕੰਧ ਹੀ ਓਲੇ।
ਤੇ ਤੂੰ ਕਿਉਂ ਨਹੀਂ ਮਾਰ ਸਕਿਆ? ਕਹਿੰਦਾ ਮੈਂ ਜਿੱਥੇ ਵੀ ਮਾਰਨ ਦੀ ਕੋਸ਼ਿਸ਼ ਕਰੀ, ਬਹੁਤ ਕੋਸ਼ਿਸ਼ ਕੀਤੀ ਪਰ ਕੋਈ ਵੀ ਥਾਂ ਖਾਲੀ ਨਹੀਂ ਲੱਭੀ। ਆ ਜਿੱਥੇ ਕੋਈ ਵੇਖਦਾ ਨਾ ਹੋਵੇ, ਉੱਥੇ ਵੀ ਜਿੱਥੇ ਮਾਰਨ ਦੀ ਇੱਛਾ ਕੀਤੀ ਵੀ ਇੱਥੇ ਮਾਰ ਦਿਓ, ਕੋਈ ਨਹੀਂ, ਉੱਥੇ ਇਹ ਮੈਨੂੰ ਵੇਖਦਾ ਸੀ, ਮੈਂ ਇਹਨੂੰ ਵੇਖਦਾ ਸੀਗਾ, ਫਿਰ ਕਿੱਥੇ ਮਾਰਦਾ? ਕਹਿੰਦੇ ਬਸ ਤੂੰ ਹੀ ਪਾਸ ਆ, ਜਿਸ ਨੂੰ ਹਰ ਥਾਂ 'ਤੇ ਉਹ ਦਿਖਾਈ ਦੇਵੇ, ਉਹ ਹੀ ਪਾਸ ਆ। ਪ੍ਰੀਤਮ ਜੀ ਕਹਿੰਦੇ ਤੂੰ ਆਪੇ ਮੇਲੇ ਵੇਖੇ ਹਦੂਰ, ਸਾਹਮਣੇ ਆਪ ਰਿਹਾ ਭਰਪੂਰ। ਕਬੂਤਰ ਵੇਖ ਰਹੇ ਆ, ਕਬੂਤਰ ਦੇ ਵਿੱਚੋਂ ਵੀ ਉਹ ਵੇਖ ਰਿਹਾ, ਮੇਰੀਆਂ ਅੱਖਾਂ ਵਿੱਚੋਂ ਵੀ ਉਹ ਵੇਖ ਰਿਹਾ, ਮੈਂ ਕਿੱਥੇ ਮਾਰਾਂ? ਕਹੋ ਸਤਨਾਮ ਸ੍ਰੀ। ਇਸ ਕਰਕੇ ਸਾਰਿਆਂ ਵਿੱਚ ਵੇਖਣ ਵਾਲਾ ਉਹ ਹੈ, ਮਨ ਤੋਂ ਜੋਤ ਸਰੂਪ ਹੈ ਤੇ ਜੋਤ ਅੱਖਾਂ 'ਚ ਹੈ, ਤੇ ਜੋਤ ਹੀ ਪਰਮੇਸ਼ਰ ਦੀ ਅੰਸ਼ ਹੈ। ਜਿਹੜਾ ਮਨ ਆਪਣੇ ਆਪ ਨੂੰ ਕਿਸੇ ਦਾ ਚਾਚਾ ਕਿਸੇ ਦਾ ਤਾਇਆ ਸਮਝਦਾ ਹੈ, ਕਿਤੇ ਕੰਗਾਲ ਸਮਝਦਾ, ਕਿਤੇ ਹੰਕਾਰ ਵਿੱਚ ਅਮੀਰ ਸਮਝਦਾ ਹੈ, ਇਸ ਮਨ ਨੂੰ ਆਪਣੀ ਅਸਲੀਅਤ ਦਾ ਪਤਾ ਨਹੀਂ। ਤੂੰ ਅਮੀਰ ਹੀ ਨਹੀਂ, ਤੂੰ ਸ੍ਰਿਸ਼ਟੀ ਦਾ ਮਾਲਕ ਵੀ ਹੈ। ਕਹੋ ਸਤਨਾਮ। ਤੂੰ ਕੰਗਾਲ ਨਹੀਂ ਹੈਗਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰੂ ਨੂੰ ਪੁੱਛ ਕੇ ਆਨੰਦ ਮਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਪੁੱਛ ਗੁਰੂ ਨੂੰ ਤੂੰ ਕੌਣ ਹੈ, ਤੇ ਜਿਹਨੇ ਪੁੱਛ ਲਿਆ ਉਹਨੂੰ ਸਮਝ ਆ ਗਈ। ਜਿਹਨੂੰ ਸਮਝ ਆ ਗਈ ਉਹ ਨੇੜੇ ਵੇਖਦੇ ਆ, ਫਿਰ ਦੂਰ ਨਹੀਂ ਵੇਖਦੇ, ਕਿਉਂਕਿ ਰੱਬ ਤਾਂ ਸਭ ਦੇ ਕੋਲ ਹੈ। ਫਿਰ ਕਿਉਂ ਨਾ ਆਪਦੇ ਘਰ ਹੀ ਵੇਖਿਆ ਜਾਵੇ, ਆਪਦੇ ਵਿੱਚੋਂ ਦੇਖਿਆ ਜਾਵੇ। ਫਿਰ ਦੂਜੇ ਦਾ ਧਿਆਨ ਧਰਨ ਦੀ ਕਿਹੜੀ ਲੋੜ ਆ ਸਾਨੂੰ? ਨਾ ਕਿਸੇ ਦੀ ਬੁੱਤ ਪੂਜਾ, ਨਾ ਕਿਸੇ ਮਨੁੱਖ ਦਾ ਧਿਆਨ, ਆਪਣੇ ਆਪੇ ਦਾ ਧਿਆਨ ਧਰਨਾ ਹੈ। ਧੁਨ ਮੈਂ ਧਿਆਨ, ਕਿਹੜੀ ਧੁਨ 'ਚ? ਹੁਣ ਤੁਹਾਡਾ ਧਿਆਨ ਕਥਾ ਦੀ ਧੁਨ 'ਚ ਹੈ। ਜਦੋਂ ਇਕੱਲੇ ਬੈਠੇ ਹੋ ਤਾਂ ਫਿਰ ਵਾਹਿਗੁਰੂ ਦੀ ਧੁਨ ਆਪੇ ਤਿਆਰ ਕਰ ਲਓ। ਵਾਹਿਗੁਰੂ 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 ਵਾਹਿਗੁਰੂ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਇਹਦੇ ਵਿੱਚੋਂ ਗਿਆਨ ਹੋ ਜਾਣਾ। ਕੋਈ ਸਤਨਾਮ ਸੀ। ਕੀ ਗਿਆਨ ਹੋਣਾ? ਇਹ ਤਾਂ ਜਿਹਨੂੰ ਹੋਊਗਾ ਉਸੇ ਨੂੰ ਪਤਾ ਹੈ। ਗੁਰਮੁਖ ਅਕਾਥ ਕਹਾਣੀ, ਇਹ ਦੱਸਣ ਤੋਂ ਬਾਹਰ ਦੀਆਂ ਗੱਲਾਂ। ਆਖਰੀ ਪੰਕਤੀ ਵਿੱਚ ਬਾਬਾ ਜੀ ਕਹਿੰਦੇ ਤੂੰ ਆਪੇ ਮੇਲੇ ਵੇਖੇ ਹਦੂਰ, ਸਾਹਮਣੇ ਆਪ ਰਿਹਾ ਭਰਪੂਰ। ਨਾਨਕ ਆਪੇ ਆਪ ਵਰਤੈ, ਗੁਰਮੁਖ ਸੋਝੀ ਪਾਵਣਿਆ। ਕਈਆਂ ਨੂੰ ਸਮਝ ਆ ਗਈ ਕਿ ਇਹ ਸਭ ਕੁਝ ਪਰਮੇਸ਼ਰ ਕਰ ਰਿਹਾ। ਕਈ ਕਹਿੰਦੇ ਮੈਂ ਕਰਦਾ, ਮੇਰੇ ਬਿਨਾਂ ਦੇਸ਼ ਨਹੀਂ ਚੱਲਦਾ, ਮੇਰੇ ਬਿਨਾਂ ਘਰ ਨਹੀਂ ਚੱਲਦਾ, ਜੇ ਮੈਂ ਨਾ ਹੋਵਾਂ ਤਾਂ ਜਵਾਕਾਂ ਨੂੰ ਕੌਣ ਪਾਲੂਗਾ। ਕਈਆਂ ਦਾ ਐਸਾ ਖਿਆਲ ਹੈ, ਤੇ ਗੁਰਮੁਖਾਂ ਦਾ ਖਿਆਲ ਹੈ ਵੀ ਨਹੀਂ, ਇਹ ਸ੍ਰਿਸ਼ਟੀ ਦੀ ਗੱਡੀ ਨੂੰ ਚਲਾਉਣ ਵਾਲਾ ਪਰਮੇਸ਼ਰ ਹੈ। ਹੁਕਮ ਹੀ ਹੁਕਮ ਚਲਾਏ ਰਾਹੋ, ਨਾਨਕ ਬਿਗਸੈ ਬੇਪਰਵਾਹੋ। ਖੈਰ ਇਹ ਸ਼ਬਦ ਸੰਪੂਰਨ ਹੋਇਆ, ਉਹ ਆਪ ਹੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਹੈ। ਨਾਨਕ ਆਪੇ ਆਪ ਵਰਤੈ, ਗੁਰਮੁਖ ਸੋਝੀ ਪਾਵਣਿਆ। ਅਗਲਾ ਸ਼ਬਦ ਹੈ ਮਾਝ ਮਹੱਲਾ ਤੀਜਾ। ਅੰਮ੍ਰਿਤ ਬਾਣੀ ਗੁਰ ਕੀ ਮੀਠੀ, ਗੁਰਮੁਖ ਬਿਰਲਾ ਕਿਨੇ ਚੱਕ ਡੀਠੀ। ਇਹ ਗੁਰੂ ਦੇ ਪਵਿੱਤਰ ਬਚਨ ਬੜੇ ਸਵਾਦ ਹੈ, ਬੜੇ ਮਿੱਠੇ ਹੈ, ਪਰ ਜਿਹਨੇ ਖਾ ਕੇ ਵੇਖਿਆ ਉਸੇ ਨੂੰ ਪਤਾ ਨਾ। ਜਿਹਨੇ ਜਪਿਆ ਨਹੀਂ ਉਹਨੂੰ ਕੀ ਪਤਾ ਮਿੱਠੇ ਆ ਕਿ ਕੌੜੇ ਆ। ਬਿਨਾਂ ਜਪੇ ਤੋਂ ਕਹੀ ਜਾਂਦੇ ਆ ਬਹੁਤ ਔਖਾ ਹੈ, ਬਹੁਤ ਔਖਾ ਹੈ, ਅੰਮ੍ਰਿਤ ਨਹੀਂ ਪੀਤਾ ਜਾਂਦਾ, ਬਹੁਤ ਔਖਾ ਸਵੇਹਾ ਉੱਠਣਾ, ਜਪਣਾ ਬਹੁਤ ਔਖਾ ਹੈ। ਪਰ ਜਿਹਨੂੰ ਜਪਣ ਦੀ ਆਦਤ ਪੈ ਗਈ, ਸਵਾਦ ਆ ਗਿਆ ਨਾ, ਮੁੜ ਕੇ ਸਾਰੇ ਕੰਮ ਛੱਡ ਕੇ ਜਪੂਗਾ ਪਹਿਲਾਂ। ਕਹੋ ਸਤਨਾਮ ਸੀ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਏ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਏ, ਬਹਿੰਦੀਆਂ ਉੱਠਦੀਆਂ ਹਰ ਨਾਮ ਤੇ ਆਏ। ਇਹੋ ਜਿਹਾ ਸਿੱਖ ਪਾਤਸ਼ਾਹ ਕਹਿੰਦੇ ਮੈਨੂੰ ਬੜਾ ਚੰਗਾ ਲੱਗਦਾ ਹੈ, ਜਿਹੜਾ ਆਪ ਜਪੈ ਆਵਰੈ ਨਾਮ ਜਪਾਏ। ਕਹੋ ਸਤਨਾਮ, ਆਪ ਵੀ ਜਪੇ ਹੋਰਾਂ ਨੂੰ ਜਪਾਵੇ। ਤੋ ਬਾਬਾ ਜੀ ਕਹਿੰਦੇ ਅਗਲਾ ਪਦਾ, ਅਗਲਾ ਸ਼ਬਦ ਮਾਝ ਮਹੱਲਾ ਤੀਜਾ। ਅੰਮ੍ਰਿਤ ਬਾਣੀ ਗੁਰ ਕੀ ਮੀਠੀ, ਗੁਰਮੁਖ ਬਿਰਲਾ ਕਿਨੇ ਚੱਕ ਡੀਠੀ। ਅੰਤਰ ਪ੍ਰਗਾਸ ਮਹਾਰਸ ਪੀਵੈ, ਦਰ ਸੱਚੇ ਸ਼ਬਦ ਵਜਾਵਣੇ ਆ। ਜਦੋਂ ਇਹ ਸ਼ਬਦ ਨੂੰ ਆਪਦੇ ਅੰਦਰ ਵਜਾਵਾਂਗੇ, ਵਜਾਉਣਾ ਕੀ ਆ? ਗਾਉਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਪਜੀ ਸਾਹਿਬ ਨਿਤਨੇਮ, ਜਾਪ ਸਾਹਿਬ ਨਿਤਨੇਮ ਕਰਨਾ। ਇਹ ਸ਼ਬਦ ਨੂੰ ਅੰਦਰ ਵਜਾਉਣਾ ਹੈ। ਵਜਾਓਗੇ ਤਾਂ ਫਿਰ ਨਾਮ ਦਾ ਰਸ ਵੀ ਨਿਕਲੂਗਾ। ਜਿਹਨੇ ਪੀਤਾ ਫਿਰ ਉਹਨਾਂ ਨੇ ਕੀ ਕਿਹਾ, ਇਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੁਣ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ, ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।